ਦੋ ਇੰਜੀਨੀਅਰ ਸਾਡੇ ਭਾਈਚਾਰੇ ਦੇ ਮੇਰੇ ਨਾਲ ਨੇ, ਸਰਦਾਰ ਗੁਰਮਨਜੀਤ ਸਿੰਘ ਤੇ ਸਰਦਾਰ ਮਨਪ੍ਰੀਤ ਸਿੰਘ। ਦੋਨੇ BC ਫੈਰੀਜ਼ ਦੇ ਵਿੱਚ ਇੰਜੀਨੀਅਰ ਨੇ। ਉੱਥੇ ਇਹਨਾਂ ਨੂੰ ਫੈਰੀਜ਼ ਦੇ ਵਿੱਚ ਇੰਜੀਨੀਅਰ ਉਹ ਨੇ ਜਿਹੜੇ ਥੱਲੇ ਮਕੈਨੀਕਲ ਰੂਮ 'ਚ ਜਿੱਥੇ ਇੰਜਨ ਨੇ ਫੈਰੀ ਦੇ, ਇੱਕ ਥੱਲੇ ਹੋਰ ਵੀ ਏਰੀਆ ਜਿਹਨੂੰ ਜਿੱਥੇ ਆਪਾਂ ਨੂੰ ਨਹੀਂ ਜਾਣ ਦਿੰਦੇ, ਆਪਾਂ ਗੱਡੀਆਂ ਦਾ ਖੜਾ ਕੇ ਉੱਪਰ ਚੜ੍ਹੇ ਆਉਂਦੇ ਹਾਂ। ਉੱਥੇ ਔਨ ਗੋਇੰਗ ਜਦ ਜਾਂਦੀ ਆ ਫੈਰੀ ਤਾਂ ਉਹਦੀ ਕੋਈ ਮੁਸ਼ਕਲ ਜਿਹੜੀ ਹੈ ਉਹਨੂੰ ਨਾ ਆਵੇ ਤਾਂ ਉੱਥੇ ਰਹਿੰਦੇ ਨੇ, ਉਹਦੀ ਰਿਪੇਅਰ ਵੀ। ਦੋਨੇ ਇਹ ਇੰਜੀਨੀਅਰ ਗੁਰਮਨਜੀਤ ਹੋਣੀ ਨਿਊਜ਼ੀਲੈਂਡ ਪੜ੍ਹ ਕੇ ਆਏ ਨੇ, ਉੱਥੇ ਇਸ ਤਰ੍ਹਾਂ ਹੀ ਕੰਮ ਕਰਦੇ ਨੇ। ਸਰਦਾਰ ਮਨਪ੍ਰੀਤ ਸਿੰਘ ਹੋਣੀ ਇੰਗਲੈਂਡ ਪੜ੍ਹ ਕੇ ਆਏ ਨੇ, ਉੱਚੇ ਅਹੁਦਿਆਂ 'ਤੇ ਰਹੇ ਨੇ, ਪਰ ਇੱਥੇ ਸ਼ੁਰੂਆਤ ਦੇ ਵਿੱਚ ਇੱਕ ਹੋਰ ਲੈਵਲ 'ਤੇ ਕੰਮ ਕਰ ਰਹੇ ਨੇ। ਚਲੋ ਉਹ ਲੈਵਲ ਦੇ ਨਾਲ ਜਿਹੜੀ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਉਹਦੀ ਗੱਲ ਕਰਨ ਲਈ ਦੋਨੇ ਮੇਰੇ ਨਾਲ ਨੇ। ਸਰਦਾਰ ਮਨਪ੍ਰੀਤ ਸਿੰਘ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਗੁਰਮਨਜੀਤ ਜੀ। ਤੁਹਾਡੇ ਤੋਂ ਸ਼ੁਰੂ ਕਰਦਾ। ਪਹਿਲਾਂ ਇਹ ਦੱਸਿਓ ਵੀ ਫੈਰੀ ਦੇ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਹਾਡਾ ਡੈਜ਼ਿਗਨੇਸ਼ਨ ਕੀ ਆ, ਕੰਮ ਕੀ ਹੁੰਦਾ ਹੈ, ਅਤੇ ਫਿਰ ਮੁਸ਼ਕਲ ਬਾਰੇ ਵੀ ਜਾਣਾਂਗੇ। ਹਾਂਜੀ ਭਾਈ ਜੀ, ਮੈਂ BC ਫੈਰੀ ਦੇ ਵਿੱਚ 4th ਇੰਜੀਨੀਅਰ ਆ ਜੀ। ਅਤੇ ਮੈਂ ਇੰਜਨ ਰੂਮ ਦੇ ਵਿੱਚ ਥੱਲੇ ਆਪਣਾ ਜਦੋਂ ਫੈਰੀ ਚੱਲਦੀ ਉਹਦੇ ਇੰਜਨ ਦੀ ਰਨਿੰਗ ਦੀ ਟੇਕ ਕੇਅਰ ਕਰਨੀ, ਰਾਤ ਨੂੰ ਮੇਨਟੇਨੈਂਸ ਦਾ ਕੰਮ ਕਰਨਾ। ਅਤੇ ਜਿਹੜੀ ਸਾਨੂੰ ਮੁਸ਼ਕਿਲ ਆ ਰਹੀ ਆ ਕਿ BC ਫੈਰੀ ਦੀ ਪੋਲਿਸੀ ਆ ਕਿ ਤੁਹਾਨੂੰ ਕਲੀਨ ਸ਼ੇਵ ਕਰਨੀ ਪੈਣੀ ਆ। ਅੱਛਾ। ਹਾਂਜੀ। ਉਹ ਕਾਹਦੇ ਵਾਸਤੇ ਕਰਨੀ ਪੈਣੀ ਆ ਜੀ? ਉਹ ਫਾਇਰ ਫਾਈਟਿੰਗ ਵਾਸਤੇ। ਅੱਛਾ। ਜਦ ਕਿ ਪੂਰੇ ਵਰਲਡ ਦੇ ਵਿੱਚ, ਈਵਨ ਕੈਨੇਡਾ ਦੇ ਵਿੱਚ ਵੀ ਇੱਦਾਂ ਦੀ ਕੋਈ ਪੋਲਿਸੀ ਨਹੀਂ ਹੈਗੀ। ਇਹ ਸਿਰਫ ਅਤੇ ਸਿਰਫ BC ਫੈਰੀ ਦੀ ਪੋਲਿਸੀ ਆ। BC ਫੈਰੀ ਇਹ ਕਹਿੰਦੀ ਆ ਕਿ ਇਹ ਪੋਲਿਸੀ ਜਿਹੜੀ ਆ ਵਰਕ BC ਦੀ ਰਿਕੁਆਇਰਮੈਂਟ ਆ। ਸੋ BC ਫੈਰੀ ਤੋਂ ਪਹਿਲਾਂ ਤੁਸੀਂ ਦਾੜਾ ਪ੍ਰਕਾਸ਼ ਕੀਤਾ? ਮੇਰੀ ਫੁੱਲ ਦਾੜੀ ਸੀ ਜੀ ਤੁਹਾਡੇ ਵਾਂਗੂ। ਅੱਛਾ। ਮੈਂ ਮਤਲਬ ਕਿ ਜਦੋਂ ਦੀ ਸ਼ਿਪਿੰਗ ਜੁਆਇਨ ਕੀਤੀ ਆ, ਮੈਂ ਉਦੋਂ ਦੀ ਪੂਰੀ ਦਾੜੀ ਦੇ ਵਿੱਚ ਕੰਮ ਕਰਦਾ ਰਿਹਾ। ਮੈਂ ਟੈਂਕਰ 'ਚ ਕੰਮ ਕਰਦਾ ਰਿਹਾ। ਅਤੇ ਨਿਊਜ਼ੀਲੈਂਡ ਜਦੋਂ ਮੈਂ ਪੇਪਰ ਦਿੱਤਾ, ਉੱਥੇ ਫਾਇਰ ਫਾਈਟਿੰਗ ਦਾ ਕੋਰਸ ਹੋਇਆ ਸਾਡਾ। ਉੱਥੇ ਵੀ ਸੇਮ ਇਸ਼ੂ ਉੱਠਿਆ ਸੀ। ਅਤੇ ਬਟ ਉਹਨਾਂ ਨੇ ਸਾਨੂੰ ਵੀ ਪ੍ਰੂਫ ਕਰਨ ਲਈ ਕਿਹਾ ਸੀ ਕਿ ਤੁਹਾਡੀ ਜਿਹੜਾ ਮੇਨ ਰੀਜ਼ਨ ਇਹ ਕਹਿੰਦੇ ਆ ਕਿ ਜਦੋਂ ਅਸੀਂ ਫਾਇਰ ਫਾਈਟਿੰਗ ਸੂਟ ਪਾਉਂਦੇ ਆ ਉਹ ਸੀਲ ਨਹੀਂ ਕਰਦਾ ਦਾੜੀ ਦੇ ਨਾਲ। ਅੱਛਾ। ਜਿਹੜੀ ਕਿ ਗੱਲ ਬਿਲਕੁਲ ਗਲਤ ਆ। ਮੈਂ ਇਹਨਾਂ ਨੂੰ ਚੈਲੰਜ ਵੀ ਕੀਤਾ ਸੀ। ਇਹਨਾਂ ਦੀ ਜਦੋਂ ਇੰਟਰਵਿਊ ਵੀ ਹੋਈ ਸੀ, ਹੁਣ ਮੀਟਿੰਗ ਵੀ ਹੋਈਆਂ ਮੇਰੀਆਂ, ਮੈਂ ਇਹਨਾਂ ਨੂੰ ਚੈਲੰਜ ਕੀਤਾ ਸੀ ਕਿ ਤੁਹਾਡੇ 'ਚੋਂ ਕਿਸੇ ਨੇ ਜ਼ਿੰਦਗੀ 'ਚ ਕਦੀ ਫਾਇਰ ਨਾ ਵੇਖੀ ਨਹੀਂ ਹੋਣੀ। ਮੈਂ 3 ਐਂਟਰੀਆਂ ਮਾਰੀਆਂ ਹੋਈਆਂ ਆਪਣੇ ਕਰੀਅਰ ਦੇ ਵਿੱਚ, ਜਿੱਥੇ ਅੱਗ ਲੱਗੀ ਸੂਟ ਪਾ ਕੇ ਦਾੜੇ ਦੇ ਨਾਲ। ਅਤੇ ਮੈਂ ਕਿਹਾ ਇਹਨਾਂ ਨੂੰ, ਮੈਂ ਇਹ ਵੀ ਕਿਹਾ ਕਿ ਮੈਂ ਛੋਟੀਆਂ ਦੀ ਤਾਂ ਗੱਲ ਹੀ ਛੱਡ ਦਿਓ, ਠੀਕ ਹੈ ਨਾ। ਛੋਟੀਆਂ ਅਸੀਂ ਕਿੰਨੀਆਂ ਦੇਖ ਚੁੱਕਾ। ਅਤੇ ਮੈਂ ਕਿਹਾ ਜਦੋਂ ਨਿਊਜ਼ੀਲੈਂਡ 'ਚ ਮੈਂ ਫਾਇਰ ਫਾਈਟਿੰਗ ਦਾ ਕੋਰਸ ਕੀਤਾ ਸੀ, ਉਦੋਂ ਉਹਨਾਂ ਨੇ ਪੂਰਾ ਸੂਟ ਪਵਾ ਕੇ ਇੱਕ ਚੈਂਬਰ ਦੇ ਵਿੱਚ ਪਾ ਕੇ ਜਿੱਥੇ ਪੂਰਾ ਧੂੰਆਂ ਸੀ, ਉੱਥੇ ਟ੍ਰੇਨਿੰਗ ਕਰਾਈ। ਉੱਥੇ ਉਹਨਾਂ ਨੇ ਖੜਾ ਕਰਾ 5 ਮਿੰਟ ਮੈਨੂੰ ਖੜਾ ਕਰਕੇ ਮੇਰਾ ਚੈੱਕ ਕੀਤਾ ਕਿ ਸੀਲ ਲੀਕ ਤਾਂ ਨਹੀਂ ਕਰਦੀ। ਠੀਕ ਆ। ਅਤੇ ਮੈਂ ਕਿਹਾ ਜਿਹੜੀ ਵਰਕ BC, ਇਹਨਾਂ ਨੂੰ ਮੈਂ ਇਹ ਵੀ ਕਿਹਾ ਜੇ, ਮੈਂ ਕਿਹਾ ਜਿਹੜੀ ਵਰਕ BC ਆ, ਜਦੋਂ ਤੁਸੀਂ ਉਹਨਾਂ ਦੀ ਕਲੀਨ ਸ਼ੇਵ ਦੀ ਪੋਲਿਸੀ ਪੜ੍ਹਦੇ ਹੋ, ਉਹ ਫਾਇਰ ਫਾਈਟਰਸ ਲਈ ਆ। ਮੈਂ ਕਿਹਾ ਅਸੀਂ ਫਾਇਰ ਫਾਈਟਰ ਨਹੀਂ ਆ, ਅਸੀਂ ਮਕੈਨੀਕਲ ਰੂਮ ਦੇ ਵਿੱਚ ਆ। ਹਾਂ ਸਰ, ਇਹ ਸਾਡੀ ਇੱਕ ਜੋਬ ਦੀ ਆਪਣੀ ਸੇਫਟੀ ਲਈ ਆ ਕਿ ਅੱਗ ਤੋਂ ਕਿੱਦਾਂ ਬਚਣਾ, ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਆ। ਹੁਣ ਜੇ ਬਹੁਤ ਵੱਡੀ ਮੇਜਰ ਫਾਇਰ ਹੋ ਜੂਗੀ, ਅਸੀਂ ਐਂਟਰੀ ਨਹੀਂ ਮਾਰਨੀ। ਸਾਡਾ ਕੰਮ ਬਾਹਰੋਂ ਕੂਲ ਕਰਕੇ ਵੀ ਅਸੀਂ ਉਹਨੂੰ ਕੰਟੇਨ ਕਰਨਾ। ਜੇ ਬਹੁਤ ਵੱਡੀ ਫਾਇਰ ਹੋ ਗਈ, ਕੋਈ ਵੀ ਇੰਜੀਨੀਅਰ, ਕੋਈ ਵੀ ਆਫਿਸਰ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਅੰਦਰ ਜਾਓ, ਕਿਉਂਕਿ ਇੱਥੇ ਜਿਹੜੇ ਦੂਜੇ ਫਾਇਰ ਫਾਈਟਰ ਉਹ ਸਾਲ ਦੀ ਟ੍ਰੇਨਿੰਗ ਲੈਂਦੇ ਆ, ਫਿਰ ਫਾਈਟਰ ਬਣਦੇ ਆ। ਨਾਲੇ ਉਹਨਾਂ ਨੇ ਡੇਲੀ ਕਾਲਸ ਅਟੈਂਡ ਕਰਨੀਆਂ। ਮੈਂ ਕਿਹਾ BC ਫੈਰੀ 'ਤੇ ਪਿਛਲੇ 50 ਸਾਲਾਂ 'ਚ ਇੱਕ ਵੀ ਐਕਸੀਡੈਂਟ ਨਹੀਂ ਹੈਗਾ ਇੱਦਾਂ ਦਾ ਫਾਇਰ ਦਾ ਹੀ। ਬਟ ਫਿਰ ਵੀ ਜੇ ਹੋਵੇ ਵੀ, ਮੈਂ ਉਹਨਾਂ ਨੂੰ ਕਿਹਾ ਸੀ ਕਿ 99.9% ਮੈਂ ਕਹਿੰਦਾ ਕਿ ਸੀਲ ਹੋਊਗਾ। 1% 'ਚ ਹੋਊਗਾ ਵੀ, ਉਹ ਪੋਜ਼ੀਟਿਵ ਪ੍ਰੈਸ਼ਰ ਆ, ਅੰਦਰ ਆਕਸੀਜਨ ਆਉਣੀ ਆ, ਉਹਨੇ ਬਾਹਰ ਨਿਕਲਣਾ ਆ, ਨਾ ਕਿ ਤੁਹਾਡੀ ਬਾਹਰ ਵਾਲੀਆਂ ਗੈਸਾਂ ਅੰਦਰ ਆਉਣੀਆਂ ਨੇ। ਠੀਕ ਆ। ਅਤੇ ਮੈਂ ਕਿਹਾ ਉਹਦੇ ਨਾਲ ਕੀ ਫਰਕ ਪਊਗਾ ਕਿ ਜੇ ਮੈਂ 30 ਮਿੰਟ ਉਹਦੇ ਨਾਲ ਪਾ ਕੇ ਕੱਢ ਸਕਦਾ ਤਾਂ ਮੈਂ 27 ਮਿੰਟ ਕੱਢ ਲੂੰਗਾ। ਅਤੇ ਮੈਂ ਕਿਹਾ ਉਹਦੇ ਉੱਤੇ ਵੀ ਜੇ ਤੁਸੀਂ ਕਹਿੰਦੇ ਜੀ ਕਿ ਉਹ 3 ਮਿੰਟ ਤੇਰੇ ਘੱਟ ਜਾਂਦੇ ਆ, ਅਤੇ ਮੈਂ ਕਿਹਾ ਉਹਦਾ ਟੈਕਨੀਕਲ ਰੀਜ਼ਨ ਇਹ ਵੀ ਹੈਗਾ ਕਿ ਹਰ ਇੱਕ ਪਰਸਨ ਟੂ ਪਰਸਨ ਹੁੰਦਾ। ਜਦੋਂ ਤੁਸੀਂ 2 ਬੰਦਿਆਂ ਨੂੰ ਸੇਮ ਨੂੰ ਸਕਾਬਾ ਪਾ ਕੇ ਅੰਦਰ ਭੇਜ ਦਿਓ, ਜਦੋਂ ਬਾਹਰ ਆਉਣਗੇ ਉਹ ਜਿੰਨੇ ਸਾਹ ਲਏ, ਜਿੰਨੀ ਆਕਸੀਜਨ ਜਿੰਨੇ ਖਿੱਚੀ, ਉਹ ਉਸੇ ਹਿਸਾਬ ਨਾਲ ਹੀ ਯੂਜ਼ ਹੋਣੀ ਆ।
ਤੁਸੀਂ ਇਹ ਅਸੀਂ ਚੀਜ਼ਾਂ ਪ੍ਰੈਕਟੀਕਲ ਕੀਤੀਆਂ ਹੋਈਆਂ ਨੇ। ਜਦੋਂ ਅਸੀਂ ਐਂਟਰੀ ਮਾਰੀ ਸੀ, ਮੇਰੇ ਨਾਲ ਚੀਫ ਇੰਜੀਨੀਅਰ ਨੇ ਐਂਟਰੀ ਮਾਰੀ ਸੀ, ਜਿਹੜੇ ਬੰਦਿਆਂ ਦੀ ਡਿਊਟੀ ਸੀ ਉਹ ਕਹਿੰਦੇ ਅਸੀਂ ਜਾਣਾ ਹੀ ਨਹੀਂ ਅੰਦਰ, ਤੇ ਮੇਰੀ ਡਿਊਟੀ ਨਹੀਂ ਸੀ ਹੈਗਾ। ਮੈਨੂੰ ਚੀਫ ਇੰਜੀਨੀਅਰ ਪੰਜਾਬੀ ਸੀ, ਕਹਿੰਦਾ ਤੂੰ ਨਾਲ ਮੇਰੇ ਚੱਲੇਗਾ? ਮੈਂ ਕਿਹਾ ਚਲੋ ਮੈਂ ਚੱਲਦਾ ਨਾਲ। ਵੈਰੀ ਗੁੱਡ। ਅੱਛਾ ਮਨਪ੍ਰੀਤ ਜੀ, ਥੋੜਾ ਜਿਹਾ ਮਾਈਕ ਦੇ ਨੇੜੇ ਹੋਇਓ ਪਲੀਜ਼। ਹਾਂਜੀ। ਅੱਛਾ, ਆਪਣੇ ਬਾਰੇ ਪਹਿਲਾਂ ਤਾਂ ਦੱਸਿਓ, ਤੁਸੀਂ ਤਾਂ ਪੜ੍ਹਾਈ ਬਹੁਤ ਆਪਣੀ ਦੱਸੀ ਆ, ਇੰਗਲੈਂਡ ਤੋਂ ਲੈ ਕੇ ਤੇ ਵੱਡੀਆਂ ਨੌਕਰੀਆਂ ਕਰਕੇ, ਤੇ ਹੁਣ ਫਿਰ ਆਪਾਂ BC ਫੈਰੀਜ਼ ਵੱਲ ਜਾਵਾਂਗੇ। ਬਿਲਕੁਲ ਜੀ, ਮੈਂ ਚਲੋ ਜੀ 30 ਸਾਲ ਹੋ ਗਏ ਜੀ ਇਸ ਇੰਡਸਟਰੀ ਦੇ ਵਿੱਚ, ਮਰੀਨ ਇੰਡਸਟਰੀ 'ਚ। ਮੈਂ 94 'ਚ ਸਟਾਰਟ ਕੀਤਾ ਸੀਗਾ। ਅੱਛਾ। ਮੈਂ ਆਪਣੀ ਪੜ੍ਹਾਈ ਸਿੰਗਾਪੁਰ ਤੋਂ ਕੀਤੀ, ਇੰਗਲੈਂਡ ਤੋਂ ਕੀਤੀ, ਕਲਾਸ 1 ਸਰਟੀਫਿਕੇਟ ਲਿਆ, ਜਿਹਦੇ ਨਾਲ ਅਸੀਂ ਚੀਫ ਇੰਜੀਨੀਅਰ ਬਣ ਜਾਂਦੇ ਹੁੰਦੇ ਹਾਂ ਸ਼ਿਪ ਦੇ ਉੱਤੇ। ਅੱਛਾ। ਮੇਰਾ ਵੀ ਸਾਰਾ ਕੈਰੀਅਰ ਟੈਂਕਰਸ਼ਿਪ ਦੇ ਉੱਤੇ ਰਿਹਾ, ਜਿਹੜੇ ਕਿ ਮੋਸਟ ਡੇਂਜਰਸ ਮੰਨੇ ਜਾਂਦੇ ਨੇ ਕੰਪੇਅਰ ਟੂ BC ਫੈਰੀਜ਼ ਦੇ ਸ਼ਿਪ ਚਲੋ, ਕਿਉਂਕਿ ਉੱਥੇ ਅਸੀਂ ਗੱਲ ਅੱਗ ਦੇ ਗੋਲੇ ਉੱਤੇ ਬੈਠੇ ਹਾਂ, ਕੁਛ ਵੀ ਇੱਕ ਸਪਾਰਕ ਲੱਗੀ ਤੇ ਉਹ ਬੰਬ ਵਾਂਗੂ ਫਟ ਜਾਂਦਾ ਹੈ। ਸੋ ਉੱਥੇ ਦੇ ਜਿਹੜੇ ਰੂਲਸ ਨੇ, ਸੇਫਟੀਜ਼ ਨੇ, ਉਹ ਜ਼ਿਆਦਾ ਸਟ੍ਰਿੰਜੈਂਟ ਨੇ ਕੰਪੇਅਰ ਟੂ BC ਫੈਰੀਜ਼। ਇੱਥੇ ਹਿਊਮਨ ਫੈਕਟਰ ਜ਼ਰੂਰ ਹੈ, ਦੈਟ ਇਜ਼ ਅੰਡਰਸਟੂਡ, ਬਟ ਉੱਥੇ ਤੁਹਾਡੀ ਆਪਣੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ। ਸੋ ਉੱਥੇ ਰਿਹਾ। ਫਿਰ ਮੈਂ ਇੱਥੇ ਕੈਨੇਡਾ ਮਾਈਗ੍ਰੇਟ ਕੀਤਾ, ਆ ਕੇ ਮੈਂ ਸਪੈਨ ਆਪਣੀ ਕੰਪਨੀ ਹੈ, ਸ਼ਿਪ ਚਲਾਉਂਦੀ ਹੈ ਵੈਨਕੂਵਰ ਦੇ ਵਿੱਚ, ਟਗਸ ਬੋਟ ਨੇ। ਮੈਂ ਉਹਦੇ ਵਿੱਚ ਵੀ ਸੁਪਰੀਟੈਂਡੈਂਟ ਰਿਹਾ। ਉੱਥੇ ਵੀ ਸਾਡੇ ਜਿਹੜੇ ਸ਼ਿਪ ਸਟਾਫ ਨੇ ਉਹ ਸਾਰੇ ਦਾੜੀ ਰੱਖਦੇ ਨੇ, ਤੇ ਮੈਂ ਸੁਪਰੀਟੈਂਡੈਂਟ ਰਿਹਾ। ਫਿਰ ਮੈਂ ਓਨਟਾਰੀਓ ਦੇ ਵਿੱਚ ਵੀ ਰਿਹਾ ਸੁਪਰੀਟੈਂਡੈਂਟ, ਆਪਣੀ ਕੈਨੇਡੀਅਨ ਕੰਪਨੀਜ਼ ਦੇ ਵਿੱਚ। ਇੰਟਰਨੈਸ਼ਨਲ ਕੰਪਨੀਜ਼ ਨੇ, ਫੈਡਨੈਵ ਕੰਪਨੀ ਹੈ, ਐਂਗਲੋ ਈਸਟਰਨ ਕੰਪਨੀ ਹੈ, ਲੋਅਰ ਲੇਕ ਸਟੋਇੰਗ ਕੰਪਨੀ ਹੈ, ਮੈਂ ਉਹਨਾਂ ਦੇ ਸੁਪਰੀਟੈਂਡੈਂਟ ਰਿਹਾ। ਪਰ ਲਾਈਫ ਦੇ ਵਿੱਚ ਚਲੋ ਆਦਮੀ ਥੱਕ ਜਾਂਦਾ ਹੁੰਦਾ। ਹੁਣ ਮੈਂ ਵੀ 50+ ਹੋ ਗਿਆ, ਕਿਸੇ ਵੇਲੇ ਸੋਚਦੇ ਹਾਂ ਚਲੋ ਹੁਣ ਠਰਾ ਲਿਆਂਦਾ ਜਾਵੇ, ਘਰੇ ਵਾਪਸ ਚੱਲਦੇ ਹਾਂ। ਫੈਮਿਲੀ ਮੇਰੀ ਇੱਥੇ ਵੈਨਕੂਵਰ ਦੇ ਵਿੱਚ ਸੈੱਟ ਸੀਗੀ। ਸੋ ਆਈ ਥੋਟ ਕਿ ਵੀ ਚਲੋ BC ਫੈਰੀ ਰਿਸਪੈਕਟਡ ਜੋਬ ਹੈ ਇੱਥੇ, ਆਪਾਂ BC ਫੈਰੀ ਜੁਆਇਨ ਕਰ ਲੈਂਦੇ ਹਾਂ। ਰੋਜ਼ ਸਵੇਰੇ ਘਰੇ ਗਏ ਤੇ ਸ਼ਾਮ ਨੂੰ ਘਰੇ ਆ ਗਿਆ ਆਪਣਾ। ਸੋ ਮੈਂ ਜੁਆਇਨ ਕੀਤੀ ਇਹਨਾਂ ਨੂੰ, ਤੇ ਇਹਨਾਂ ਨੇ ਮੈਨੂੰ ਜੀ ਕਿਹਾ ਵੀ ਤੁਹਾਨੂੰ ਤਾਂ ਦਾੜੀ ਕੱਟਣੀ ਪੈਣੀ ਹੈ। ਮੈਂ ਵੀ ਰੱਖੀ ਹੋਈ ਸੀਗੀ। ਮੇਰੀ ਥੋੜੀ ਜਿਹੀ ਵੱਡੀ ਨਹੀਂ ਸੀ, ਮੈਂ ਟ੍ਰਿਮ ਕਰਦਾ ਸੀ, ਪਰ ਫਿਰ ਵੀ ਵਾਹਵਾ ਜ਼ਿਆਦਾ ਟ੍ਰਿਮ ਕਰਦਾ, ਜਿਹਦੇ ਨਾਲ ਮੈਂ ਦਾੜੀ ਬੰਨ ਕੇ ਪੱਗ ਜ਼ਰੂਰ ਬੰਨਦਾ ਸੀ ਡੇਲੀ। ਮੈਂ ਡੇਲੀ ਪੱਗ ਬੰਨਦਾ ਸੀ। ਸਾਰੀਆਂ ਜੌਬਸ ਦੇ ਉੱਤੇ ਮੈਂ ਡੇਲੀ ਪੱਗ ਬੰਨ ਕੇ ਜਾਂਦਾ ਰਿਹਾ। ਸਪੇਨ 'ਚ ਵੀ, ਵੈਨਕੂਵਰ 'ਚ ਵੀ, ਤੇ ਓਨਟਾਰੀਓ ਦੇ ਵਿੱਚ ਵੀ ਮੇਰੀ ਪੱਗ ਬੰਨੀ। ਮੇਰੀਆਂ ਸਾਰੀਆਂ ਫੇਸਬੁੱਕ 'ਤੇ ਫੋਟੋਆਂ ਵੀ ਪੱਗ ਨਾਲ ਨੇ। ਠੀਕ ਹੈ। ਜਦੋਂ ਇੱਥੇ ਗਏ ਜੀ, ਕਹਿੰਦੇ ਜੀ ਸ਼ੇਵ ਕਰਨੀ ਪੈਣੀ ਹੈ। ਮੈਂ ਕਿਹਾ ਜੀ ਵੀ ਸ਼ੇਵ ਤਾਂ ਔਖਾ ਹੋ ਜਾਣਾ, ਮੇਰੀ ਫੈਮਿਲੀ ਨੇ ਮੈਨੂੰ ਐਕਸੈਪਟ ਨਹੀਂ ਕਰਨਾ ਹੈਗਾ। ਮੇਰੀ ਮਦਰ ਇਨ ਲਾਅ ਹੈ, ਮੇਰੇ ਬੱਚੇ ਹੁਣ ਮੈਨੂੰ ਕਹਿੰਦੇ ਨੇ ਵੀ ਡੈਡ ਤੁਸੀਂ ਸ਼ੇਵ ਕਰ ਲਿਆ। ਬਿਲਕੁਲ। ਤੇ ਚਲੋ ਫਿਰ ਉਹੀ ਗੱਲ ਹੁੰਦੀ ਹੈ, ਬ੍ਰੈਡ ਬਟਰ ਲਈ ਕਰਨਾ ਪੈਂਦਾ ਹੁੰਦਾ। ਮੈਂ ਇਹਨਾਂ ਨੂੰ ਇਹ ਪੁੱਛਿਆ ਵੀ ਤੁਹਾਡੇ ਪਾਲਿਸੀ ਸਾਰਿਆਂ ਦੀ ਆ ਜਾਂ ਕਿਸੇ ਲਈ ਆ? ਉਹ ਕਹਿੰਦੇ ਜੀ ਫਸਟ ਇੰਜੀਨੀਅਰ ਲਈ ਆ, ਦੈਟਸ ਵਾਟ ਯੂ ਆਰ ਜੁਆਇਨਿੰਗ, ਯੂ ਆਰ ਐਲੀਜੀਬਲ ਟੂ ਗੈਟ ਅ ਪ੍ਰਮੋਸ਼ਨ ਫॉर ਚੀਫ ਇੰਜੀਨੀਅਰ, ਪਰ ਅਸੀਂ ਸਿੱਧਾ ਚੀਫ ਇੰਜੀਨੀਅਰ ਲੈਂਦੇ ਨਹੀਂ ਹੈ। ਤੇ ਉਹਦੇ ਲਈ ਤੁਹਾਨੂੰ ਸਾਲ ਘਲਾਉਣਾ ਪੈਣਾ, ਜਦੋਂ ਤੁਹਾਨੂੰ ਸੀਨੀਅਰਟੀ ਤੁਹਾਡੀ ਬਣ ਜਾਏਗੀ ਤੁਹਾਨੂੰ ਅਸੀਂ ਚੀਫ ਇੰਜੀਨੀਅਰ ਬਣਾ ਦਾਂਗੇ। ਮੈਂ ਕਿਹਾ ਚਲੋ ਠੀਕ ਹੈ ਜੀ। ਸਾਲ ਦਾ ਆਪਣੀ ਫੈਮਿਲੀ ਨੂੰ ਸਮਝਾਇਆ, ਸਾਲ ਕੋ ਔਖਾ ਮੈਂ ਕੱਟ ਲੈਣਾ, ਕੋਈ ਗੱਲ ਨਹੀਂ, ਆਲ ਵੀ ਚੀਫ ਇੰਜੀਨੀਅਰ ਸੂਨ, ਤੇ ਮੈਂ ਫਿਰ ਆਪਣਾ ਦਾੜੀ ਰੱਖ ਕੇ ਆਪਣੀ ਪੱਗ ਬੰਨਣੀ ਸ਼ੁਰੂ ਕਰ ਦੂੰਗਾ। ਸਾਲ ਵੀ ਨਿਕਲ ਗਿਆ ਜੀ, 2 ਵੀ ਨਿਕਲ ਗਏ, 3 ਵੀ ਨਿਕਲ ਗਏ, ਵਿੱਚੇ ਕਰੋਨਾ ਆ ਗਿਆ। ਮੈਂ ਇਹਨਾਂ ਨੂੰ ਕਿਹਾ ਜੀ ਮੇਰੀ ਤੁਸੀਂ ਹੁਣ ਅੱਗੇ ਟ੍ਰੇਨਿੰਗ ਕਿਉਂ ਨਹੀਂ ਕਰਦੇ ਚੀਫ ਇੰਜੀਨੀਅਰ ਦੀ? ਸਾਡੇ ਕੋਲ ਬਜਟ ਹੈ ਨਹੀਂ ਜੀ, ਸਾਡੇ ਕੋਲ ਇੱਦਾਂ ਨਹੀਂ ਹੈ। ਸਾਈਮਲਟੇਨੀਅਸਲੀ ਦੂਜੇ ਪਾਸੇ ਹੋਰ ਲੋਕ ਪ੍ਰਮੋਸ਼ਨ ਦੇ ਹੀ ਜਾ ਰਹੇ ਨੇ, ਮੈਨੂੰ ਰੱਖਿਆ ਹੋਇਆ ਇਹਨਾਂ ਨੇ। ਤੇ ਹਾਲਾਂਕਿ ਮੈਂ ਉਹਨਾਂ ਨਾਲੋਂ ਵੱਧ ਕੁਆਲੀਫਾਈ ਕਰਦਾ ਹਾਂ, ਈਅਰਸ ਆਫ ਐਜੂਕੇਸ਼ਨ, ਈਅਰਸ ਆਫ ਐਕਸਪੀਰੀਅੰਸ ਇਨ ਦਾ ਇੰਡਸਟਰੀ। ਤੇ ਚਲੋ ਉਹਨਾਂ ਦੀ ਆਪਣੀ ਪਾਲਿਸੀ ਹੈ, ਮੈਂ ਉਹਨੂੰ ਇੰਟਰਵੀਨ ਨਹੀਂ ਕਰਦਾ, ਦੈਟਸ ਯੋਰ ਡਿਸੀਜਨ। ਮੇਰਾ ਜਿਹੜਾ ਮੁੱਦਾ ਸੀਗਾ, ਮੇਰਾ ਸਿਰਫ ਇਹ ਹੈ ਵੀ ਦਾੜੀ ਨਾਲ। ਤੇ ਫਿਰ ਇੱਕ ਦਿਨ ਅਜਾ ਕਿਤੇ ਵਾਕਿਆ ਹੋਇਆ, ਮੈਨੂੰ ਇੱਕ ਜਿਹੜਾ ਮੇਰਾ ਸੀਨੀਅਰ ਚੀਫ ਇੰਜੀਨੀਅਰ ਸੀਗਾ, ਉਸ ਨੇ ਮੈਨੂੰ ਕਿਹਾ, ਸਾਡੇ ਇੱਥੇ ਇਸ ਤਰ੍ਹਾਂ ਚੱਲਦਾ ਸੀ ਜੀ, 12 ਦਿਨ ਦਾ ਕੰਮ ਹੈ ਤੇ 6 ਦਿਨ ਛੁੱਟੀ ਹੁੰਦੀ ਹੈ। ਹੁਣ ਰਿਸ਼ਤੇਦਾਰਾਂ ਦੇ ਜਾਣਾ ਹੁੰਦਾ, ਗੁਰਦੁਆਰਾ ਸਾਹਿਬ ਜਾਣਾ ਹੁੰਦਾ, ਸਭ ਪਾਸੇ ਜਾਣਾ ਹੁੰਦਾ। ਅਸੀਂ ਜਨਰਲੀ ਕੀ ਕਰਦੇ ਹੁੰਦੇ ਹਾਂ ਵੀ ਚਲੋ ਪਹਿਲੇ ਦਿਨ ਸ਼ੇਵ ਕਰ ਲਈ, 11 ਦਿਨ ਦੇ ਵਿੱਚ ਹੌਲੀ ਹੌਲੀ ਦਾੜੀ ਚਲੋ ਜਦੋਂ ਗਰੋ ਕਰਦੀ ਹੁੰਦੀ ਆ, 12ਵੇਂ ਦਿਨ ਨੀਕ ਆ ਜਾਂਦੀ ਹੁੰਦੀ ਹੈ ਵੀ ਚਲੋ ਅਸੀਂ ਆਪਾਂ ਲੋਕਾਂ 'ਚ ਵਿਚਰਨ ਲੱਗ ਜਾਂਦੇ। 12 ਦਿਨਾਂ ਮੈਂ ਮੂਲ ਕੋ ਲਈਦਾ, 13ਵੇਂ ਦਿਨ ਵਾਲੇ ਖੁੱਲ ਕੇ ਆ ਜਾਈਦਾ ਬਾਹਰ, ਹੈ ਨਾ ਵੀ ਜੇ ਰਿਸ਼ਤੇਦਾਰਾਂ ਦੇ ਜਾਣਾ ਉੱਥੇ ਵੀ ਐਂ ਚਲੇ ਜਾਈਦਾ ਵੀ ਦਾੜੀ ਦਿਖ ਰਹੀ ਹੈ ਸਾਡਾ। ਬਿਲਕੁਲ, ਹਾਂਜੀ ਹਾਂ। ਤੇ ਉਹ ਪੱਗ ਬੰਨ ਕੇ ਚਲੇ ਜਾਂਦੀ। ਸੋ ਉਹ ਮੇਰੀ ਸੀਗੀ ਜੀ 11ਵਾਂ ਦਿਨ, ਇੱਕ ਦਿਨ, ਤੇ ਉਹਦੇ ਮੇਰੇ ਦਾੜੀ ਥੋੜ੍ਹੀ ਉੱਗੀ ਹੋਈ ਸੀਗੀ। ਸੋ ਮੈਨੂੰ ਇੱਕ ਚੀਫ ਇੰਜੀਨੀਅਰ ਆ ਕੇ ਕਹਿੰਦਾ ਜੀ ਵੀ ਆਹ ਤਾਂ ਨਹੀਂ ਜੀ ਮੈਂ ਹੁਣ ਦੇਣਾ ਵੀ ਥੋੜ੍ਹੇ ਲੋਕਾਂ ਨੂੰ ਵੀ ਮੈਂ ਦਾੜੀ ਨਹੀਂ ਰੱਖਣ ਦੇਣੀ ਹੈਗੀ, ਮੇਰੀ ਵਾਚ ਦੇ ਉੱਤੇ ਤਾਂ ਨਹੀਂ ਕੋਈ ਦਾੜੀ ਰੱਖੂਗਾ। ਮੈਂ ਕਿਹਾ ਵੀ ਦੇਖੋ ਸਰ ਜੀ, ਤੁਸੀਂ ਚੀਫ ਹੋ, ਮੈਂ ਫਸਟ ਹਾਂ, ਠੀਕ ਹੈ, ਪਰ ਮੈਨੂੰ ਹੁਣ 3 ਸਾਲ ਹੋ ਗਏ ਨੇ ਆਲਰੇਡੀ, ਔਰ ਮੇਰੇ ਨਾਲ ਦੇ ਕਈ ਨੇ ਜਿਹੜੇ ਇਸ ਪ੍ਰੋਸੀਜਰ ਦੇ ਵਿੱਚ ਆਪਾਂ ਕਰੀ ਜਾ ਰਹੇ ਹਾਂ। ਇਟਸ ਐਗਰੀਡ, ਜਿਵੇਂ ਕਹਿ ਦੋ ਨਾ ਵੀ ਆਪਾਂ ਦੇਖ ਕੇ ਅਣਦੇਖਾ ਕਰੀ ਜਾ ਰਹੇ ਹਾਂ, ਵੀ ਕਮੋਡੇਟਿਵ ਹੈ, ਚੱਲੀ ਜਾ ਰਿਹਾ। ਸੋ ਤੁਸੀਂ ਹੁਣੇ ਸਟੈਪ ਚੱਕ ਲਿਆ, ਮੈਨੂੰ ਕਿਹਾ ਵੀ ਦਾੜੀ ਕੱਟਣੀ ਪੈਣੀ ਹੈ। ਤੇ ਉਦੋਂ ਮੇਰੇ ਮਨ ਨੂੰ ਲੱਗਿਆ, ਮੈਂ ਕਿਹਾ ਆਪਣੀ ਮਨ ਨਾਲ ਟ੍ਰਿਮ ਕਰਨੀ ਵੱਖਰੀ ਗੱਲ ਆ, ਤੂੰ ਮੈਨੂੰ ਇਹ ਕਹਿ ਰਿਹਾ ਵੀ ਮੈਂ ਤੈਨੂੰ ਕਰਾ ਕੇ ਦਿਖਾਊਂਗਾ, ਤੇਰੀ ਦਾੜੀ ਵਢਾ ਕੇ ਦਿਖਾਊਂਗਾ ਤੈਨੂੰ, ਆਲ ਮੇਕ ਸ਼ੋਰ ਦੈਟ ਯੂ ਕੱਟ ਯੂਰ ਬੀਅਰਡ।
ਮੈਂ ਕਿਹਾ ਜੀ ਹੁਣ ਤਾਂ ਫਿਰ ਹੁਣ ਪਾਣੀ ਸਿਰ ਤੋਂ ਲੰਘ ਗਿਆ। ਮੈਂ ਅਗਲੇ ਦਿਨ ਜੌਬ 'ਤੇ ਨਹੀਂ ਗਿਆ, ਮੈਂ ਛੁੱਟੀ ਲਈ ਉਸ ਦਿਨ। ਮੈਂ ਕਿਹਾ ਵੀ ਮੈਂ ਬਹੁਤ ਅਪਸੈਟ ਸੀਗਾ। ਉਸ ਤੋਂ ਬਾਅਦ ਫਿਰ ਮੈਂ ਕਈਆਂ ਨਾਲ ਗੱਲ ਕੀਤੀ ਵੀ ਇਹਦਾ ਕੋਈ ਹੱਲ ਮੈਨੂੰ ਕਰਨਾ ਪੈਣਾ ਹੁਣ। ਦੈਨ ਆਈ ਫਾਈਂਡ ਆਊਟ ਇਨ ਦਾ ਪਾਲਿਸੀ ਕਿ ਪਾਲਿਸੀ ਤਾਂ ਇਹਨਾਂ ਨੇ ਆਲਰੇਡੀ ਚੇਂਜ ਕਰ ਰੱਖੀ ਹੈ। ਅੱਛਾ, ਵੀ ਉਹਦੇ ਵਿੱਚ ਲਿਖਿਆ ਹੋਇਆ ਬੜਾ ਕਲੀਅਰਲੀ ਕਿ ਵਿਦ ਯੋਰ ਰਿਲੀਜੀਅਸ ਬੈਕਗਰਾਊਂਡ ਵੀ ਵਿਲ ਅਕਮੋਡੇਟ ਯੂ ਵਿਦ ਐਨੀ ਸਰਟਨ ਸਰਕਮਸਟੈਂਸਿਸ ਤੇ ਵੀ ਵਿਲ ਗਿਵ ਯੂ ਦਾ ਅਕਮੋਡੇਸ਼ਨ। ਅੱਛਾ, ਮੈਂ ਰਿਕੁਐਸਟ ਪਾਤੀ ਇਹਨਾਂ ਨੂੰ। ਮੈਂ ਕਿਹਾ ਜੀ ਮੈਨੂੰ ਤੁਸੀਂ ਅਕਮੋਡੇਟ ਕਰੋ ਵੀ ਆਈ ਵਾਂਟ ਟੂ ਗਰੋ ਮਾਈ ਬੀਅਰਡ, ਆਈ ਹੈਵ ਰਿਲੀਜੀਅਸ ਸੈਂਟੀਮੈਂਟਸ। ਮੈਂ ਹਿੱਟ ਹੋਇਆ ਉਦੋਂ ਤੇ ਮੈਂ ਤਾਂ ਦਾੜੀ ਰੱਖਣੀ ਹੈ ਹੁਣ। ਅੱਛਾ, ਠੀਕ ਹੈ ਨਾ। ਮੈਂ ਦਾੜੀ ਰੱਖ ਕੇ ਉਸ ਤੋਂ ਬਾਅਦ ਜਾਣਾ ਸ਼ੁਰੂ ਕਰਤਾ। ਮੈਂ ਨਹੀਂ ਕੱਟੀ। ਮੈਂ ਕਿਹਾ ਜੀ ਮੈਂ ਨਹੀਂ ਕੱਟਦਾ। ਤੇ ਮੈਂ ਰਿਕੁਐਸਟ ਪਾਤੀ ਆਫਿਸ ਨੂੰ ਵੀ ਮੈਨੂੰ ਅਕਮੋਡੇਟ ਕਰੋ ਐਜ਼ ਪਰ ਯੋਰ ਸੇਫਟੀ ਪਾਲਿਸੀ ਅੰਡਰ ਸੋ ਐਂਡ ਸੋ ਕਲਾਜ਼। ਮੈਨੂੰ ਇਹਨਾਂ ਨੇ ਜੇ ਮਹੀਨਾ ਨਗਾਤਾ, 2 ਮਹੀਨੇ ਨਗਾਤੇ, ਦਿੰਨੇ ਆ ਜੀ ਅਸੀਂ ਸੋਚ ਰਹੇ ਹਾਂ ਕੀ ਕਰਦੇ ਹਾਂ। ਬਾਅਦ 'ਚ ਇਹਨਾਂ ਨੇ ਮੈਨੂੰ ਡਿਕਲਾਈਨ ਕਰਤੀ। ਕਈ ਮੇਰੀਆਂ ਮੀਟਿੰਗਸ ਹੋ ਚੁੱਕੀਆਂ। ਫਿਰ ਮੈਂ ਯੂਨੀਅਨ ਨੂੰ ਨਾਲ ਲਿਆ। ਯੂਨੀਅਨ ਵੀ ਕਹਿੰਦੀ ਅਸੀਂ ਤੇਰੀ ਸਪੋਰਟ ਦੇ ਵਿੱਚ ਹਾਂ। ਅਰੇ ਵਾਕਿਆ ਅੱਜ ਦਾ ਨਹੀਂ ਹੈਗਾ, ਅੱਜ ਤੋਂ ਪਹਿਲਾਂ ਵੀ ਕਈ ਵਾਰ ਇਹਨਾਂ ਨੇ ਕਈ ਲੋਕਾਂ ਨਾਲ ਇਹ ਮਸਲਾ ਚੱਲਿਆ ਹੈ। ਬੋਲਿਆ ਨਹੀਂ ਕੋਈ। ਹਾਂਜੀ, 1-2 ਆਪਣੇ ਮੁਸਲਮਾਨ ਭਰਾ ਸੀ, ਉਹਨਾਂ ਦੇ ਨਾਲ ਵੀ ਚੱਲਿਆ। ਉਹ ਕਹਿੰਦੇ ਅਸੀਂ ਵੀ ਦਾੜੀ ਰੱਖਣੀ ਆ, ਪਰ ਇਹਨਾਂ ਨੇ ਬਾਏ ਹੋ ਕੇ ਜਾਂ ਕਰੁੱਕ ਕਹਿ ਲਓ, ਕਿਸੇ ਨੂੰ ਕੁਛ ਦੇ ਕੇ, ਕਿਸੇ ਨੂੰ ਕੁਛ ਦੇ ਕੇ, ਕਿਸੇ ਨੂੰ ਕੋਈ ਲਾਲਚ ਦੇ ਕੇ ਕਹਿ ਲਓ, ਉਹ ਕਰਕੇ ਇਹ ਉਸ ਪਾਲਿਸੀ ਨੂੰ ਚੇਂਜ ਇਹਨਾਂ ਨੇ ਨਹੀਂ ਕੀਤਾ ਹੈਗਾ। ਪਰ ਅੱਛਾ, ਗੁਰਮਨਜੀਤ ਵਾਲੀ ਗੱਲ ਦੱਸਿਓ ਮੈਨੂੰ, ਉਹ ਫਾਇਰ ਸੂਟ ਵਾਲੀ, ਉਹਦੇ ਬਾਰੇ ਤੁਸੀਂ ਹੋਰ ਇਹਨੂੰ ਐਲੈਬੋਰੇਟ ਕਰਿਓ। ਓਕੇ, ਦੇਖੋ ਉਹੀ ਇੰਪਲੀਮੈਂਟੇਸ਼ਨ ਆ ਤੁਹਾਡੇ ਤੇ ਵੀ? ਐਬਸੋਲਿਊਟਲੀ ਸੇਮ ਇੰਪਲੀਮੈਂਟੇਸ਼ਨ ਮੇਰੇ ਉੱਤੇ ਹੈ। ਬਟ ਮੈਂ ਇਹਨਾਂ ਨੂੰ ਫਰਦਰ ਡਿਟੇਲਸ ਦੇ ਵਿੱਚ ਜਾ ਕੇ ਦੱਸਿਆ। ਮੈਂ ਕਿਹਾ ਜੀ ਦੇਖੋ, ਆਪਣੀ ਕੈਨੇਡਾ ਦੇ ਵਿੱਚ ਸੇਫਟੀ ਔਸ਼ ਕਰਕੇ ਇੱਕ ਸੇਫਟੀ ਅਥਾਰਟੀ ਹੈ ਜਿਹੜੇ ਇਸ ਨੂੰ ਅਪਰੂਵ ਕਰਦੇ ਨੇ। ਸੋ ਐਜ਼ ਪਰ ਦਾ ਕੈਨੇਡੀਅਨ ਗਾਈਡਲਾਈਨਸ, ਔਸ਼ ਦਾ ਇੱਕ ਸੂਟ ਹੈ, ਉਹਨੂੰ ਕਾਉਲ ਸੂਟ ਬੋਲਦੇ ਨੇ, ਉਹ ਅਪਰੂਵਡ ਹੈ। ਨੀਓਸ਼ ਇੱਕ ਕੰਪਨੀ ਹੈ ਸੇਫਟੀ ਸਟੈਂਡਰਡਸ ਦੀ, ਉਹਦੇ ਸਾਰੇ ਜਿਹੜੇ ਪੈਰਾਮੀਟਰਸ ਨੇ ਉਹ ਫੁੱਲਫਿਲ ਕਰ ਰਹੇ ਨੇ। ਉਹ ਕਹਿੰਦੇ ਜੀ ਮੈਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਉਹ ਕਿਉਂ ਨਹੀਂ ਲੈਂਦੇ ਹੈਗੇ, ਬਾਏ ਦੈਟ ਵਨ ਐਂਡ ਦੈਨ ਗਿਵ ਟੂ ਅਸ। ਸੋ ਮੈਨੂੰ ਇਹਨਾਂ ਨੇ ਕਿਹਾ ਜੀ ਅਸੀਂ ਜੇ ਤੁਹਾਨੂੰ ਅਸੀਂ ਉਹ ਦਿੰਦੇ ਹਾਂ। ਪਹਿਲਾਂ ਤਾਂ ਮੈਨੂੰ ਇਹਨਾਂ ਨੇ ਇਹ ਕਿਹਾ ਵੀ ਤੂੰ ਆਪ ਲੈ ਲਾ, $3300 ਦਾ ਉਹ ਆਉਂਦਾ ਹੈ, $3300। ਕਹਿੰਦੇ ਤੂੰ ਲੈ ਲਾ ਤੇ ਆਪਣਾ ਪਾ ਕੇ ਸ਼ੁਰੂ ਕਰ ਦੇ। ਮੈਂ ਕਿਹਾ ਪਹਿਲੀ ਗੱਲ ਤਾਂ ਮੈਂ ਕਿਉਂ ਲਵਾਂ, ਤੁਹਾਡੀ ਕੰਪਨੀ ਹੈ, ਤੁਸੀਂ ਮੈਨੂੰ ਦਵੋ, ਚਲੋ ਮੈਂ ਲੈ ਵੀ ਲੈਣਾ। ਪਰ ਜੇ ਮੈਂ ਲੈ ਲਿਆ, ਮੈਨੂੰ ਉੱਥੇ ਜਾ ਕੇ ਕਿਸੇ ਨੇ ਕਿਹਾ ਮੈਨੂੰ ਰਾਈਟਿੰਗ ਦੇ ਵਿੱਚ ਦੇ ਦਿਓ, ਮੈਂ ਆਪਣਾ ਲੈ ਕੇ ਚਲੇ ਜਾਇਆ ਕਰੂੰ, ਆਪਣੀ ਜੌਬ ਕੀਤੀ, ਆਪਣਾ ਘਰੇ ਲਿਆਇਆ ਕਰੂੰਗਾ। ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਨਹੀਂ ਤੁਸੀਂ ਆਪਣਾ ਨਹੀਂ ਲੈ ਸਕਦੇ ਹੈਗੇ, ਅਸੀਂ ਤਾਂ ਪੂਰੀ ਕੰਪਨੀ ਚੇਂਜ ਕਰਾਂਗੇ। ਮੈਂ ਕਿਹਾ ਸਾਰੀ 'ਚ ਕਰ ਲਓ ਜੀ, ਪਰ ਤੁਹਾਨੂੰ ਸਾਰੀ ਦੇ ਵਿੱਚ ਕਰਨ ਦੀ ਲੋੜ। ਜੇ ਤੁਹਾਡੇ ਕੋਲ 30 ਸ਼ਿਪ ਨੇ, ਤੁਸੀਂ 30 ਸ਼ਿਪ ਦੇ ਉੱਤੇ ਕਿਉਂ ਸਾਰੇ ਚੇਂਜ ਕਰੋਗੇ, ਜਦ ਕਿ ਤੁਹਾਡੇ ਉਹਦੇ ਵਿੱਚ ਸਿਰਫ 2 ਜਾਂ 5 ਸ਼ਿਪ ਦੇ ਉੱਪਰ ਬੰਦੇ 5-7 ਨੇ, ਤੇ ਤੁਸੀਂ ਸਾਰਾ ਬਦਲ ਕੇ ਕੀ ਕਰਨਾ। ਸੋ ਨਾਓ ਦੇਅਰ ਕੁਐਸਚਨ ਇਜ਼ ਕਿ ਜੇ ਅਸੀਂ ਪਾਲਿਸੀ ਚੇਂਜ ਕਰਾਂਗੇ, ਅਸੀਂ ਸਾਰੇ ਜਿਹੜੇ ਸੈੱਟ ਨੇ ਚੇਂਜ ਕਰਾਂਗੇ, ਇਟਸ ਗੋਣਾ ਕਾਸਟ ਅਸ $1 million। ਸੋ ਮੈਂ ਐਜ਼ ਅ ਸੁਪਰੀਟੈਂਡੈਂਟ ਇਸ ਕਾਸਟ ਨੂੰ ਬੜੀ ਕਲੋਜ਼ਲੀ ਮੋਨੀਟਰ ਕੀਤਾ ਹੈ, ਕਿਉਂਕਿ ਮੈਂ ਇਹੀ ਕੰਮ ਕਰਦਾ ਰਿਹਾ ਹਰ ਲੈਵਲ ਦੇ ਉੱਤੇ। ਮੈਂ ਕਿਹਾ ਤੁਹਾਡੀ ਕਾਸਟ $1 million ਨਹੀਂ ਹੈਗੀ, ਗਿਵ ਮੀ ਦਿਸ ਵਨ, ਆਲ ਟੈਲ ਯੂ ਇਹ ਕਿੰਨੇ ਦੇ ਆਉਣਗੇ, ਕਿੰਨੀ ਤੁਹਾਨੂੰ ਐਕਚੁਅਲ ਕਾਸਟ ਲੱਗਦੀ ਹੈ। ਤੇ ਉਹ ਕਹਿੰਦੇ ਨਹੀਂ ਜੀ ਵੀ ਕਾਂਟ ਗਿਵ ਯੂ ਬਿਕੋਜ਼ ਯੂ ਆਰ ਨਾਟ ਐਟ ਦੈਟ ਪੋਜੀਸ਼ਨ ਇਨ ਬੇਸੀ ਫੈਰੀ, ਉਹ ਸਾਡਾ ਕੰਮ ਹੈ। ਮੈਂ ਕਿਹਾ ਜੀ ਤੁਹਾਡਾ ਕੰਮ ਹੈ, ਜਾਂ ਤਾਂ ਮੈਨੂੰ ਟੈਬੂਲੇਟ ਫਾਰਮ ਦੇ ਵਿੱਚ ਦੱਸੋ ਵੀ ਤੁਹਾਨੂੰ ਕਿੰਨੇ ਦੀ ਕਾਸਟ ਪਈ ਹੈ, ਕੀ ਤੁਹਾਡੇ ਟ੍ਰੇਨਿੰਗ ਚਾਰਜਿਸ ਲੱਗਦੇ ਨੇ, ਤੁਸੀਂ ਕਿਹੜੇ ਕਿੱਥੇ ਦੱਸ ਰਹੇ ਹੋ, ਤੁਸੀਂ ਉਹ ਪਬਲਿਸ਼ ਨਹੀਂ ਕਰ ਰਹੇ ਹੈਗੇ। ਠੀਕ ਹੈ, ਤੁਸੀਂ ਮੈਨੂੰ ਉਹ ਮੋਟੀ ਗੱਲ ਕਹਿ ਰਹੇ ਜੀ ਸਾਡਾ $1 million ਦਾ ਖਰਚਾ ਹੈ, ਦੈਟਸ ਨਾਟ ਐਂਡ ਆਫ ਸਟੋਰੀ। ਖਰਚ ਤਾਂ ਹਰ ਰੋਜ਼ ਹੋ ਰਿਹਾ। ਬਿਲਕਲ। ਤੇ ਮੇਰੀ ਜਿਹੜੀ ਧਾਰਮਿਕ ਆਜ਼ਾਦੀ ਉਹ ਕਿੱਥੇ ਖੜਦੀ? ਬਿਲਕੁਲ। ਤੁਹਾਡਾ ਸ਼ਿਪ ਜਦੋਂ ਇੱਥੇ ਰੁਕ ਜਾਂਦਾ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਸਾਡੇ ਕੋਲ ਸ਼ਿਪ ਸਟਾਫ ਹੈ ਨਹੀਂਗਾ, ਹਨਾ, ਅੱਜ ਕਰੂ ਦੀ ਸ਼ਾਰਟੇਜ ਹੈ ਤੇ ਅੱਜ ਸਾਡਾ ਸ਼ਿਪ ਰੁਕ ਗਿਆ, ਸੇਲ ਨਹੀਂ ਕਰ ਸਕਦਾ। ਹਾਊ ਮਚ ਕਾਸਟ ਇਜ਼ ਇਨਵੋਲਵਡ ਇਨਟੂ ਵਨ ਟਾਈਮ ਇਫ ਇਟ ਇਜ਼ ਸਟਾਪ ਦੇਅਰ। ਯੈਸ, ਐਂਡ ਇਟ ਹੈਜ਼ ਬੀਨ ਸਟਾਪਡ ਫॉर n ਨੰਬਰ ਆਫ ਟਾਈਮ ਸੋ ਫਾਰ। ਉਸ ਤੋਂ ਬਾਅਦ ਸਾਡੇ ਕੋਲੇ ਬੰਦੇ ਹੈਗੇ ਨੇ ਪੰਜਾਬੀ, ਆਪਣੇ ਭਰਾ ਇੱਥੇ ਬਹੁਤ ਆ ਗਏ ਨੇ ਨਵੇਂ ਇਮੀਗ੍ਰੈਂਟ। ਮੈਨੂੰ ਇੱਕ ਨਵਾਂ ਪ੍ਰੋਫਾਈਲ ਭੇਜਿਆ ਇੱਥੋਂ। ਮੈਂ ਕਿਹਾ ਜੀ ਆਪਣਾ ਫਲਾਣਾ ਮੁੰਡਾ ਹੈ, ਇਹਨੇ ਡਰਾਈਵ ਕੱਢੀ ਹੋਈ ਹੈ ਵੀ ਇਫ ਯੂ ਇਨਕਲੂਡ ਐਨੀ ਸਪੋਂਸਰ ਕਰੋ ਇੱਕ ਨਵੇਂ ਬੰਦੇ ਨੂੰ ਜਿਹਨੂੰ ਤੁਸੀਂ ਜਾਣਦੇ ਹੋ ਕੰਪਨੀ ਦੇ ਵਿੱਚ, ਇਫ ਯੂ ਗਿਵ ਅਸ ਦਾ ਡਾਟਾਬੇਸ ਆਫ ਦੈਟ ਪਰਸਨ ਵਿਲ ਗਿਵ ਯੂ $10,000 ਈਚ। $10,000 ਜੁਆਇਨ ਕਰਨ ਵਾਲੇ ਨੂੰ, 10,000 ਜਿਹੜਾ ਸਪੋਂਸਰ ਕਰ ਰਿਹਾ ਉਸ ਨੂੰ। ਮੈਨੂੰ ਇੱਕ ਬੰਦਾ ਭੇਜਿਆ, ਅਨਫੋਰਚੂਨੇਟਲੀ ਉਸਦਾ ਨਾਮ ਸੀ ਦਵਿੰਦਰ ਸਿੰਘ। ਇਹਨਾਂ ਨੇ ਉਸਨੂੰ 1 ਸਾਲ ਹੋ ਗਿਆ ਕਾਲ ਵੀ ਨਹੀਂ ਕੀਤੀ ਹੈਗੀ। ਵਾਈ? ਬਿਕੋਜ਼ ਦੇयर ਇਜ਼ ਅ ਸੁਫਿਕਸ ਬਿਹਾਈਂਡ ਸਿੰਘ, ਕਿਉਂਕਿ ਇਹਨਾਂ ਨੂੰ ਪਤਾ ਜੀ ਉਹ ਆ ਗਿਆ ਕੱਲ ਨੂੰ ਉਹਨੇ ਵੀ ਕਹਿਣਾ ਮੈਂ ਦਾੜੀ ਰੱਖਣੀ ਹੈ। ਕਮਾਲ ਹੋ ਗਈ। ਗੁਰਮਨਜੀਤ ਜੀ ਉਹ ਦੱਸਿਓ ਸੂਟ ਬਾਰੇ, ਜਿਹੜਾ ਪੂਰਾ ਸੀਲ ਕਰਨਾ, ਮਤਲਬ ਉਸ ਉੱਪਰੋਂ ਤੁਹਾਡੀ ਹੈਲਮਟ ਪਾਉਣਾ ਪੈਂਦਾ ਤੇ ਦਾੜੀ ਵਿੱਚ ਟੱਕ ਕਰਕੇ ਤੇ ਫਿਰ ਜ਼ਿਪ ਲਾਉਣੀ ਪੈਂਦੀ ਹੈ, ਇਹ ਸੂਟ ਹੁੰਦਾ? ਮਤਲਬ ਸੁਣਨ ਵਾਲਿਆਂ ਨੂੰ ਜੇ ਸਮਝਾਓ। ਨਹੀਂ, ਇੱਕ ਮਤਲਬ ਕਿ ਜਿੱਦਾਂ ਮਾਸਕ ਵਾਂਗੂ ਹੁੰਦਾ,
ਇਹਦੇ ਅੱਗੇ ਗਲਾਸ ਲੱਗਾ ਹੁੰਦਾ, ਸਾਈਡਾਂ ਤੇ ਰਬੜ ਦੇ ਨਾਲ ਸੀਲ ਕਰਦਾ ਆ। ਅੱਛਾ। ਉਹਦੇ ਨਾਲ ਇੱਕ ਰੈਗੂਲੇਟਰ ਲੱਗਾ ਹੁੰਦਾ, ਜਿਹੜਾ ਤੁਹਾਡੀ ਮਗਰ ਸਿਲੰਡਰ ਜਿਹੜਾ ਪਿਆ ਹੁੰਦਾ ਉਹਦੇ ਥਾਣੀ ਆਕਸੀਜਨ ਮਿਲਦੀ ਆ। ਉਹਦੇ ਉੱਪਰ ਸਟ੍ਰੈਪਸ ਹੁੰਦੀਆਂ ਨੇ, ਤੇ ਉਹ ਆਪਾਂ ਨਾਰਮਲ, ਮੈਂ ਛੋਟੇ ਪਰਨਾ ਮਤਲਬ ਕਿ ਜਦੋਂ ਸ਼ਿਪ ਤੇ ਕੰਮ ਕਰਦਾ ਛੋਟਾ ਪਰਨਾ ਬਣਦਾ ਸੀ, ਕਿਉਂਕਿ ਕਈ ਵਾਰੀ ਤੁਹਾਨੂੰ ਇਹੋ ਜਿਹੀ ਜਗ੍ਹਾ ਤੇ ਵੜਨਾ ਪੈਂਦਾ ਜਿੱਥੇ ਤੁਸੀਂ ਪੱਗ ਲੈ ਕੇ ਨਹੀਂ ਵੜ ਸਕਦੇ। ਹੈਲਮਟ ਤੋਂ ਤੁਸੀਂ ਸ਼ੋਰਟ ਆ ਤੁਹਾਨੂੰ? ਹਾਂ, ਹੈਲਮਟ ਤੋਂ ਸ਼ਾਰਟ ਕਹਿ ਸਕਦੇ ਆ, ਬਟ ਮਤਲਬ ਕਿ ਹੈ ਨਹੀਂ ਆ, ਬਟ ਕਹਿ ਸਕਦੇ, ਕਿਉਂਕਿ ਰਨਿੰਗ ਦੇ ਵਿੱਚ ਅਸੀਂ ਨਹੀਂ ਪਾਉਂਦੇ ਹੈਗੇ। ਠੀਕ ਹੈ, ਠੀਕ ਹੈ। ਤੇ ਉਸ ਦੇ ਵਿੱਚ ਇਹ ਸੀ ਕਿ ਉਹ ਤੁਸੀਂ ਪਾ ਕੇ ਫਿਰ ਉਹਦੇ ਉੱਪਰ ਤੁਸੀਂ ਉਹਨਾਂ ਦਾ ਜਿਹੜਾ ਫਾਇਰ ਫਾਈਟਿੰਗ ਵਾਲਾ ਹੈਲਮਟ ਆ ਤੁਸੀਂ ਉਹ ਪਾ ਸਕਦੇ ਜੇ। ਬਟ ਉਹ ਜਿਹੜੀ ਚੀਜ਼ ਆ ਉਹਨੂੰ ਤੁਸੀਂ ਪਰਨਾ ਬੰਨ੍ਹ ਕੇ ਕਰ ਸਕਦੇ ਜੇ। ਈਵਨ ਜਦੋਂ ਤੁਸੀਂ ਉਹ ਮਾਸਕ ਪਾਉਂਦੇ ਜੇ, ਜਦੋਂ ਤੁਸੀਂ ਸੀਲ ਕਰ ਦਿੰਦੇ, ਮੈਂ ਇਹਨਾਂ ਨੂੰ ਇਹ ਵੀ ਕਿਹਾ ਕਿ ਜਦੋਂ ਜਿਹੜੇ ਵਾਲ ਆ ਜਦੋਂ ਜੁੜਨਗੇ ਉਹ ਸੀਲਿੰਗ, ਲੋਹਾ ਥੋੜਾ ਵਾਲ ਹੁਣ ਆਪਾਂ ਰੱਖੀਏ ਬੈਠੇ, ਹਾਂ, ਤੇ ਮੈਂ ਕਿਹਾ ਉਹ ਸੀਲ ਕਰਨਗੇ। ਤੇ ਨਾਲੇ ਜਿਹੜੀ ਵਰਕ BC ਦੀ ਉਹ ਜਿਹੜਾ ਰੀਜ਼ਨ ਦਿੰਦੇ ਨੇ, ਉਹ ਇਹ ਰੀਜ਼ਨ ਦਿੰਦੇ ਨੇ ਕਿ ਜਦੋਂ ਫਾਇਰ ਫਾਈਟਰ ਲਗਾਤਾਰ ਅੱਗਾਂ ਦੇ ਨਾਲ ਫਾਈਟ ਕਰਦਾ ਆ, ਤੁਸੀਂ ਫਾਇਰ ਫਾਈਟਰ ਥੋੜਾ ਜਿਹਾ, ਹਾਂ, ਉਹਦੀ ਦਾੜੀ ਦੇ ਉੱਤੇ ਕਾਰਬਨ ਡਿਪੋਜ਼ਿਟ ਹੋ ਜਾਂਦਾ, ਤੇ ਉਹ ਜਦੋਂ ਗੱਲ ਕਰੂਗਾ ਜਾਂ ਬਾਈ ਚਾਂਸ ਇਨਹੇਲ ਕਰ ਲੂਗਾ, ਉਹ ਰੀਜ਼ਨ ਜੈਨੂਅਨ ਆ। ਠੀਕ ਹੈ, ਉਹਨੂੰ ਅਸੀਂ ਅੰਡਰਸਟੈਂਡ ਕਰਦੇ ਕਿ ਸਰਟਨ ਟਾਈਮ ਆਫ ਜਾ ਕੇ ਤੁਹਾਨੂੰ ਇਸ ਚੀਜ਼ ਨੂੰ ਇਫੈਕਟ ਕਰੂਗੀ, ਬਟ ਸਾਡੀ ਇਹ ਚੀਜ਼ ਹੈ ਹੀ ਨਹੀਂ। ਅਸੀਂ ਉਸ ਤੋਂ ਜ਼ਿਆਦਾ ਤੇ ਦੂਜਾ ਕਾਰਬਨ ਜਾਂ ਦੂਜਾ ਅਸੀਂ ਇੰਜਨ ਰੂਮ 'ਚ ਇਨਹੇਲ ਕਰ ਲੈਂਦੇ ਹਾਂ ਡਿਊਰਿੰਗ ਰਾਊਂਡ ਚੱਲਦਾ। ਹਾਂ, ਜਦੋਂ ਡੀਜ਼ਲ ਲੀਕ ਹੁੰਦਾ ਜਾਂ ਲੂਬ ਆਇਲ ਲੀਕ ਕਰਦਾ ਹੈ ਜਾਂ ਕੋਈ ਐਮਰਜੈਂਸੀ ਹੁੰਦੀ ਹੈ, ਉਦੋਂ ਅਸੀਂ ਇਨਹੇਲ ਨਹੀਂ ਕਰਦੇ, ਉਦੋਂ ਉਹ ਚੀਜ਼ਾਂ ਨਹੀਂ ਆਉਂਦੀਆਂ। ਬਟ ਉਹ ਕਾਰਬਨ, ਉਹ ਚੀਜ਼ਾਂ ਅਲੱਗ ਨੇ, ਉਹਨਾਂ ਨੂੰ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਕੰਪੇਅਰ ਨਹੀਂ ਕਰਦੇ। ਇਸ ਕਰਕੇ ਉਸ ਮਾਸਕ ਦੀ ਮੈਂ ਇਹਨਾਂ ਨੂੰ ਚੈਲੰਜ ਵੀ ਕੀਤਾ ਸੀ ਕਿ ਮੈਂ ਕਿਹਾ ਤੁਸੀਂ ਵਰਕ BC ਨਾਲ ਗੱਲ ਕਰ ਲਓ, ਜੇ ਵਰਕ BC ਤੁਹਾਡੀ ਨਹੀਂ ਮੰਨਦੀ ਸਾਨੂੰ ਅਥਾਰਟੀ ਦੇ ਦਿਓ, ਅਸੀਂ ਵਰਕ BC ਨਾਲ ਗੱਲ ਕਰ ਲੈਂਦੇ ਹਾਂ। ਜਦੋਂ ਅਸੀਂ ਇਹਨਾਂ ਭਾਜੀ ਹੁਣਾਂ ਨੇ ਵਰਕ BC ਨੂੰ ਪੁੱਛਿਆ ਕਿ ਤੁਹਾਡੀ ਇਹ ਰਿਕੁਆਇਰਮੈਂਟ ਹੈਗੀ ਆ, ਉਹ ਕਹਿੰਦੇ ਇਹ ਰਿਕੁਆਇਰਮੈਂਟ ਫਾਇਰ ਫਾਈਟਰਸ ਲਈ ਆ, ਨਾਟ ਫॉर ਯੂ। ਮਨਪ੍ਰੀਤ ਜੀ, ਅੱਛਾ, ਗੱਲ ਕਿੱਥੇ ਘੁੰਡੀ ਕਿੱਥੇ ਆ? ਟੋਟਲ ਸਟਾਫ 'ਚ ਜਿਹੜੇ ਲੈਵਲ ਤੇ ਤੁਸੀਂ ਕਿੰਨੇ ਕੁ ਨੇ, ਤੇ ਉਹਦੇ 'ਚ ਪੰਜਾਬੀ ਕਿੰਨੇ ਨੇ, ਸਿੱਖ ਕਿੰਨੇ ਨੇ? ਅੱਜ ਦੀ ਡੇਟ ਦੇ ਵਿੱਚ ਭਾਜੀ ਮੈਂ ਕਹਿੰਦਾ ਜੀ ਘੱਟੋ ਘੱਟ ਨਹੀਂ ਜੀ 50 ਤੋਂ ਲੈ ਕੇ 100 ਬੰਦੇ ਪੰਜਾਬੀ ਹੋਣਗੇ ਪੂਰੀ BC ਫੇਰੀ ਦੇ ਵਿੱਚ, ਐਟ ਡਿਫਰੈਂਟ ਲੈਵਲਸ ਦੇ ਉੱਤੇ। ਅਤੇ ਜੇ ਆਪਾਂ ਸੇਲਿੰਗ ਸਟਾਫ ਦੇ ਵਿੱਚ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ 50 ਬੰਦੇ ਤਾਂ ਮੇਰੀ ਨਜ਼ਰ ਦੇ ਵਿੱਚ ਹੈਗੇ ਨੇ ਜਿਹੜੇ ਕਿ ਆਲਰੇਡੀ ਸ਼ੇਵ ਕਰਕੇ ਲੱਗੇ ਹੋਏ ਨੇ। ਠੀਕ ਹੈ, ਕਈ ਐਗਜ਼ਾਮਪਲਸ ਹੈ ਜਿਹੀਆਂ ਨੇ ਜਿਨ੍ਹਾਂ ਨੇ ਆਪਣੀ ਢੂਈ ਦਾ ਜ਼ੋਰ ਲਾ ਕੇ ਫਟਾਫਟ ਪ੍ਰਮੋਸ਼ਨਸ ਲੈਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਕਸੈਸਫੁਲ ਹੋ ਵੀ ਗਏ, ਅਤੇ ਅੱਗੇ ਚਲੋ ਜਿੱਦਾਂ ਚੀਫ ਆਫਿਸਰ ਹੁੰਦਾ ਉਸਨੇ ਮਾਸਕ ਲਾਉਣਾ ਹੁੰਦਾ ਜਾਂ ਉਹ ਕੈਪਟਨ ਬਣ ਗਿਆ ਅਤੇ ਹੁਣ ਉਹਨਾਂ ਨੇ ਦਸਤਾਰ ਬੰਨ੍ਹਣੀ ਸ਼ੁਰੂ ਵੀ ਕਰਤੀ, ਦਾੜੀ ਵੀ ਰੱਖ ਲਈ, ਜਾਂ ਕਈ ਜਿਹੜੇ ਇੰਜੀਨੀਅਰਸ ਨੇ ਉਹ ਵੀ ਆਪਣੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਵੀ ਅਸੀਂ ਨਿਕਲ ਜਾਈਏ ਅੱਗੇ, ਅਤੇ ਘੱਟੋ ਘੱਟ ਅਸੀਂ ਆਪਣੀ ਆਇਡੈਂਟੀਟੀ ਵਾਪਸ ਲੈ ਆਈਏ। ਦੇਖੋ ਜ਼ੋਰ ਸਭ ਦਾ ਹੀ ਲੱਗਿਆ ਹੋਇਆ, ਪਰ ਦੇਖੋ ਬ੍ਰੈਡ ਐਂਡ ਬਟਰ ਹਰ ਇੱਕ ਨੇ ਚਲਾਉਣਾ ਹੁੰਦਾ ਹੈ। ਹੁਣ ਮੈਂ ਲਾਈਫ ਦੇ ਐਸੇ ਸਟੇਜ ਦੇ ਉੱਤੇ ਸੀਗਾ ਅਤੇ ਮੇਰੇ ਨਾਲ ਕੁਛ ਉਹ ਵਾਕਿਆ ਹੋ ਗਿਆ, ਮੈਂ ਕਿਹਾ ਵੀ ਮੈਂ ਤਾਂ ਨਹੀਂ ਹੁਣ ਕਰਦਾ ਹੈਗਾ, ਮੈਂ ਨਹੀਂ ਕੱਟਣੀ ਹੈਗੀ, ਬਸ ਐਂਡ ਆਫ ਸਟੋਰੀ। ਠੀਕ ਹੈ, ਪਰ ਜਿਸ ਤਰ੍ਹਾਂ ਹੁਣ ਗੁਰਮਨਜੀਤ ਹੈ ਜੀ, ਇਹ ਕਹਿ ਰਿਹਾ ਹੈ ਵੀ ਮੈਂ ਘਰ ਦੀ ਬ੍ਰੈਡ ਬਟਰ ਵੀ ਚਲਾਉਣਾ, ਮੇਰੀ ਵਾਈਫ ਵਰਕ ਕਰ ਰਹੀ ਹੈ, ਆਲਰੇਡੀ ਕ੍ਰਾਈਸਿਸ ਚੱਲ ਰਿਹਾ ਆਲਰੇਡੀ ਹੁਣ ਇਕਨੋਮਿਕਲੀ, ਅਤੇ ਮੈਂ ਕਿਹਾ ਵੀ ਚਲੋ ਮੈਂ ਸਸਟੇਨ ਕਰ ਸਕਦਾ, ਮੈਨੂੰ ਜੇ ਨਹੀਂ ਬੁਲਾਉਂਦੇ ਹੈਗੇ ਕੋਈ ਗੱਲ ਨਹੀਂ, ਮੈਂ ਸ਼ਿਪ 'ਤੇ ਜਾਂਦਾ ਰਿਹਾ, ਮੈਨੂੰ ਭੇਜਦੇ ਰਹੇ ਨੇ ਵਾਪਸ, ਮੈਂ ਜਾਂਦਾ ਸੀ ਮੈਨੂੰ ਵਾਪਸ ਕਹਿੰਦੇ ਸੀ ਵੀ ਜਾ ਵੀ ਤੇਰੇ ਦਾੜੀ ਰੱਖੀ ਹੋਈ ਆ, ਮੈਂ ਫਿਰ ਜਾਂਦਾ ਸੀਗਾ, ਮੈਨੂੰ ਫਿਰ ਵਾਪਸ ਭੇਜ ਦਿੰਦੇ ਸੀਗੇ। ਐਂਡ ਦੈਟਸ ਅ ਸਿਚੁਏਸ਼ਨ ਵੇਅਰ ਦੇ ਨੀਡ ਪੀਪਲ। ਅਤੇ ਹੁਣ ਫਿਰ ਆਪਾਂ ਇਹਨੂੰ ਨੈਕਸਟ ਲੈਵਲ 'ਤੇ ਫਾਈਟ ਨੂੰ ਲਿਜਾਣ ਲਈ ਹੁਣ ਕੀ ਕਰਨਾ ਚਾਹੀਦਾ? ਦੇਖੋ ਜੀ, ਨੈਕਸਟ ਲੈਵਲ ਦੇ ਉੱਤੇ ਕੁਛ ਨਹੀਂ ਹੈ, ਬੜਾ ਸਿੰਪਲ ਜਿਹਾ ਇਹ ਸਲਿਊਸ਼ਨ ਹੈ, ਇਹਦਾ ਕੋਈ ਵੱਡਾ ਨਹੀਂ ਹੈਗਾ। ਤੁਸੀਂ ਜੇ ਜਿਸ ਸ਼ਿਪ ਦੇ ਉੱਤੇ, ਪਹਿਲੀ ਗੱਲ ਤਾਂ ਇੱਕ ਟੀਮ ਦੇ ਵਿੱਚ 4 ਮੈਂਬਰ ਹੁੰਦੇ ਨੇ, ਚਾਰਾਂ ਦੇ ਵਿੱਚੋਂ ਮੰਨ ਲਓ ਉਸ ਦਿਨ ਦੇ ਡਿਊਟੀ ਰੂਸਟਰ ਦੇ ਜਿਹਨਾਂ ਕੋਲ ਸਕੈਜੂਲ ਬੜੇ ਲੰਬੇ ਲੰਬੇ ਬਣੇ ਹੁੰਦੇ ਨੇ, ਜੇ ਮੇਰਾ ਸਕੈਜੂਲ ਉਸ ਸ਼ਿਪ ਦੇ ਉੱਤੇ ਹੈਗਾ ਹੈ ਜਾਂ ਇਹਨਾਂ ਨੂੰ ਪਤਾ ਹੈ ਜਾਂ ਮੇਰਾ ਨਹੀਂ ਤਾਂ ਕਿਸੇ ਹੋਰ ਸਰਦਾਰ ਭਾਈ ਦਾ ਉਸ ਦੇ ਉੱਤੇ ਡਿਊਟੀ ਹੈਗੀ ਹੈ, ਤਾਂ ਇੱਕ ਬੰਦਾ ਹੈ ਨਾ ਸਿਰਫ, ਦੂਜੇ ਨੇ ਇੱਕ ਮਾਸਕ ਰੱਖੋ ਤੁਸੀਂ ਦੂਜਾ ਵਾਲਾ ਲੈ ਕੇ। ਵਾਈ ਯੂ ਆਰ ਚੇਂਜਿੰਗ ਦਾ ਹੋਲ ਕੰਪਨੀ ਵਿਦ ਅ ਨਿਊ ਮਾਸਕ? ਯੂ ਪੁੱਟ ਅ ਨਿਊ ਮਾਸਕ ਓਨਲੀ ਵਨ ਪੀਸ, ਜਿਹੜਾ ਕਿ ਉਸ ਬੰਦੇ ਨੇ ਹੀ ਯੂਜ਼ ਕਰਨਾ ਹੋਊਗਾ। ਆ ਗਈ ਗੱਲ ਟ੍ਰੇਨਿੰਗ ਦੀ, ਤੁਸੀਂ ਸਾਰਿਆਂ ਨੂੰ ਟ੍ਰੇਨਿੰਗ ਕਿਸ ਲਈ ਦੇਣੀ ਹੈ? ਤੁਸੀਂ ਸਿਰਫ ਉਸ ਬੰਦੇ ਨੂੰ ਟ੍ਰੇਨਿੰਗ ਦੇਣੀ ਹੈ ਜਿਸ ਬੰਦੇ ਨੇ ਇਹ ਮਾਸਕ ਬੰਨਣਾ ਹੈ, ਬਾਕੀ ਸਾਰਿਆਂ ਕੋਲ ਤਾਂ ਟ੍ਰੇਨਿੰਗ ਆਲਰੇਡੀ ਹੈਗੀ ਹੈ, ਉਹਨਾਂ ਦੇ ਦਾੜੀ ਹੈ ਨਹੀਂ, ਉਹਨਾਂ ਕੋਲ ਆਲਰੇਡੀ ਟ੍ਰੇਨਿੰਗ ਉਹਨਾਂ ਨੇ ਪੁਰਾਣੇ ਸੂਟ ਦੇ ਉੱਤੇ ਲਈ ਹੋਈ ਹੈ। ਸੋ ਦੇ ਆਰ ਗੁੱਡ। ਜਿਹੜੇ ਬੰਦੇ ਨੇ ਐਗਜ਼ੈਂਪਸ਼ਨ ਲੈਣੀ ਹੈ, ਤੁਸੀਂ ਉਸ ਸ਼ਿਪ ਦੇ ਉੱਤੇ, ਜੇ ਮੰਨ ਲਓ ਤੁਹਾਡੇ ਕੋਲ 30 ਸ਼ਿਪ ਨੇ, ਰਾਦਰ ਦੈਨ ਬਾਈਂਗ 30x4 ਪੀਸਿਸ 120 ਲੈਣ ਦੀ ਬਜਾਏ ਹੋ ਸਕਦਾ ਤੁਸੀਂ ਸਿਰਫ 15 ਹੀ ਲੈਣੇ ਨੇ, 15 ਲਵੋ, 15 ਪਾਓ, ਤੇ ਜਿਹੜੇ ਤੁਹਾਡੇ 50 ਬੰਦੇ ਨੇ ਤੁਸੀਂ 50 ਬੰਦਿਆਂ ਨੂੰ ਟ੍ਰੇਨਿੰਗ ਦੇਣੀ ਹੈ, ਐਂਡ ਦ ਜੌਬ ਇਜ਼ ਡਨ।
but they don't want to do that. ਤੇ ਤੁਸੀਂ ਕਿਹੜੇ ਲੈਵਲ ਤੱਕ ਇਹਨੂੰ ਲੈ ਕੇ ਗਏ ਹੋ, ਕੰਪਲੇਂਟਸ ਵਗੈਰਾ, ਪੋਲੀਟੀਕਲੀ ਇਨਵੋਲਵ ਹੋਏ ਅੱਜ ਤੱਕ? ਨਹੀਂ ਜੀ, ਨਹੀਂ, ਬਿਲਕੁਲ ਨਹੀਂ ਹੋਇਆ ਹੈਗਾ। ਅੱਜ ਦੀ ਡੇਟ ਤੱਕ ਮੈਂ ਆਪਣੇ ਸੁਪਰੀਟੈਂਡੈਂਟ ਲੈਵਲ ਤੱਕ ਗਿਆ ਹੈ। ਸਾਡੀ ਜਿਹੜੀ HR ਮੈਨੇਜਰ ਹੈ ਉਹ ਇਨਵੋਲਵ ਹੋਏ ਹੋਏ ਨੇ, ਅਤੇ ਸਾਡੀ ਯੂਨੀਅਨ ਦਾ ਜਿਹੜਾ ਹੈੱਡ ਹੈ ਵਾਈਸ ਪ੍ਰੈਜ਼ੀਡੈਂਟ ਉਸ ਦੇ ਤੱਕ ਗਿਆ ਹੋਇਆ ਹੈ। ਯੂਨੀਅਨ ਇਜ਼ ਸਪੋਰਟਿੰਗ ਆਲ ਦਾ ਵੇ ਕਰਦੇ ਨੇ। ਹਾਂਜੀ ਹਾਂ। ਯੂਨੀਅਨ ਦਾ ਨਾਮ ਕੀ ਹੈ ਜੀ? ਸਾਡੇ BC ਫੈਰੀ ਵਰਕ ਫੋਰਸ। ਕੱਲੀ BC ਫੈਰੀ ਦੀ? ਹਾਂਜੀ, ਉਹ ਸਿਰਫ ਓਨਲੀ BC ਫੈਰੀ ਹੈ। ਸੋ ਸਾਡੇ ਕਲੌਜ਼ ਸੀਗਾ ਵੀ ਜਦੋਂ ਤੱਕ BC ਫੈਰੀ ਦੀ ਜੋ ਯੂਨੀਅਨ ਹੈ ਦੇ ਟਰਾਈ ਬਾਏ ਦੇਅਰ ਓਨ, ਸੋ ਵੀ ਵਿਲ ਨਾਟ ਗੋ ਐਨੀਵੇਅਰ ਆਊਟਸਾਈਡ। ਅਤੇ ਇਸੇ ਕਰਕੇ ਸਾਨੂੰ ਕਹਿ ਲਓ ਕਿ 8-10 ਮਹੀਨੇ ਲੱਗ ਗਏ ਟੂ ਕਮ ਆਊਟ ਐਂਡ ਸਪੀਕ ਇਨ ਪਬਲਿਕਲੀ, ਬਿਕੋਜ਼ ਉਹਨਾਂ ਦੀ ਕੋਸ਼ਿਸ਼ ਰਹੀ ਆ ਟਿਲ ਡੇਟ ਵੀ ਅਸੀਂ ਆਪਣੇ ਵੱਲੋਂ ਇਸ ਚੀਜ਼ ਦਾ ਰੈਜ਼ੋਲੂਸ਼ਨ ਕੱਢ ਲਿਆ। ਮੇਰੇ ਯਾਦ ਆ ਗੁਰਮਨਜੀਤ ਉਹਨਾਂ ਨੇ ਮੇਰੇ ਨਾਲ ਕੀਤੀ ਗੱਲ 5-4 ਮਹੀਨੇ ਪਹਿਲਾਂ। ਹਾਂਜੀ, ਮੈਂ ਤੁਹਾਡੇ ਨਾਲ। ਸੋ ਅਸੀਂ ਉਹਦੀ ਹੀ ਵੇਟ ਕਰ ਰਹੇ ਸੀਗੇ, ਅਤੇ ਹੁਣ ਉਹਨਾਂ ਨੇ ਕੱਲ ਗੁਰਮਨਜੀਤ ਨੂੰ ਕਹਿਤਾ ਵੀ ਆ ਓਕੇ ਯੂ ਗੋ ਹੈਡ ਤੇ ਤੁਸੀਂ। ਅੱਛਾ, ਨਿੱਜੀ ਤੌਰ ਤੇ ਮੈਂ ਜੇ ਹੁਣ ਕਹਾਂ ਵੀ ਮੈਨੂੰ ਕੰਮ ਲਈ ਇਹ ਕਰਨਾ ਪਊ, ਮੈਂ ਤਾਂ ਦਿਹਾੜੀ ਵੀ ਨਹੀਂ ਲਾਵਾਂ, ਮਿੰਟ ਵੀ ਨਹੀਂ ਲਾਉਣਾ, ਮੈਂ ਸਾਰੀ ਜ਼ਿੰਦਗੀ ਆਪਣੀ ਕਮਾਈ ਹੋਈ ਚੀਜ਼, ਕਿਉਂਕਿ ਪਰ ਕਿਸੇ ਲੈਵਲ ਤੇ ਤੁਸੀਂ ਇਸ ਜਗ੍ਹਾ ਕੜਿੱਕੀ 'ਚ ਆ ਜਾਂਦੇ ਹੋ ਵੀ ਤੁਹਾਨੂੰ ਉਹ ਨੌਕਰੀ ਛੱਡਣੀ ਬਹੁਤ ਔਖੀ ਲੱਗਦੀ। ਹੁਣ ਤੁਸੀਂ ਮਰਚੈਂਟ ਨੇਵੀ ਤੇ ਦੁਨੀਆ 'ਚ ਰਹੇ ਹੋ, ਦੁਨੀਆ 'ਚ ਤੁਸੀਂ ਵੋਏਜ ਕੀਤਾ, ਹੁਣ ਕੋਈ ਸਮਾਂ ਯਾਰ 50+ ਆ ਕੇ ਤੁਸੀਂ ਘੁੰਮਣ ਘੇਰੀਆਂ 'ਚ ਨਹੀਂ ਜਾਣਾ ਚਾਹੁੰਦੇ, ਬੱਚੇ ਪਾਲਣੇ ਨੇ, ਵੱਡੇ ਕਰਨੇ ਨੇ, ਕੋਈ ਸਮਾਂ ਹੈ ਤੇ ਦੁਨੀਆ ਭਰ ਦਾ ਤਜਰਬਾ, ਤੇ ਇੱਕ ਇਹੋ ਜਿਹੇ ਵਧੀਆ ਬੰਦੇ ਨੂੰ ਇਹ ਸਿਰਫ ਇਸ ਕਰਕੇ ਛੱਡਣਾ ਚਾਹੁੰਦੇ ਜਿਹਦਾ ਬੇਸ ਕੋਈ ਨਹੀਂ ਤੇ ਉਹ ਅੱਗ ਵਾਲੀ ਜਗ੍ਹਾ ਕੋਈ ਨਹੀਂ ਜਿੱਥੇ ਤੁਸੀਂ ਐਵਰੀਡੇ ਪ੍ਰੈਕਟਿਸ ਕਰਨੀ ਹੈ, ਤੇ ਕੋਈ ਹਿਸਟਰੀ ਹੈ ਨਹੀਂ ਵੀ ਅੱਗ ਨਾਲ ਕੋਈ ਬੰਦਾ ਨੁਕਸਾਨਿਆ ਗਿਆ ਹੋਵੇ। ਦੇਖੋ ਜੀ, ਇਹਨਾਂ ਨੇ ਜਦੋਂ ਵੀ ਜਿੰਨੇ ਵੀ ਕੈਂਡੀਡੇਟਸ ਦੀ ਇੰਟਰਵਿਊ ਕੀਤੀ, ਮੈਂ ਸਾਹਮਣੇ ਬੈਠਾ, ਗੁਰਮਨਜੀਤ ਸਾਹਮਣੇ ਬੈਠਾ, ਅਤੇ ਮੈਂ ਘੱਟੋ ਘੱਟ ਨਹੀਂ 10 ਹੋਰ ਜਿਹੜੇ ਮੇਰੇ ਆਸੇ ਪਾਸੇ ਸਿਲੈਕਟ ਹੋਏ ਨੇ ਸਭ ਨੂੰ ਕਰ ਦੂੰ। ਇਹ ਦੁਨੀਆ ਜਹਾਨ ਦੀਆਂ ਹੋਰ ਪਾਲਿਸੀਜ਼ ਕਹਿੰਦੇ ਨੇ ਸਾਡੀ ਆਹ ਹੈ, ਸਾਡੀ ਆਹ ਹੈ। ਇਹਨਾਂ ਨੇ ਕਦੇ ਵੀ ਇਹ ਪਾਲਿਸੀ ਫਰੰਟ 'ਤੇ ਲਿਆ ਕੇ ਦੱਸੀ ਨਹੀਂ ਵੀ ਇਸ ਦੇ ਵਿੱਚ ਅਕੋਮੋਡੇਸ਼ਨ ਦਾ ਪ੍ਰੋਸੀਜਰ ਹੈ ਜੀ। ਇਹਨਾਂ ਨੇ ਹਮੇਸ਼ਾ ਸਭ ਨੂੰ ਇਹੀ ਕਿਹਾ ਵਰਕ ਸੇਫ BC ਦੀ ਰਿਕੁਆਇਰਮੈਂਟ ਹੈ। ਇਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ BC ਫੈਰੀ ਦੀ ਰਿਕੁਆਇਰਮੈਂਟ ਹੈ। ਦਿਸ ਇਜ਼ ਦ ਰਿਕੁਆਇਰਮੈਂਟ ਆਫ BC ਵਰਕ ਸੇਫ BC ਐਜ਼ ਵੈਲ ਐਜ਼ ਟਰਾਂਸਪੋਰਟ ਕੈਨੇਡਾ। ਸੋ ਵੀ ਐਸਕਲੇਟ ਦਾ ਮੈਟਰ। ਦੇਰ ਇਜ਼ ਅਨਦਰ ਗਾਏ, ਉਹ ਵੀ ਆਪਣਾ ਸਿੱਖ ਭਾਈ ਹੈ, ਉਹਦੇ ਨਾਲ ਵੀ ਵਾਕਿਆ ਹੋਇਆ। ਉਹਨਾਂ ਨੂੰ ਇਹਨਾਂ ਨੇ ਜੁਆਇਨਿੰਗ ਦੇਤੀ, ਜੁਆਇਨਿੰਗ ਲੈਟਰ ਉਸਨੂੰ ਮਿਲ ਗਿਆ, ਪਰ ਜਦੋਂ ਸ਼ਿਪ ਦੇ ਉੱਤੇ ਟ੍ਰੇਨਿੰਗ ਲਈ ਗਿਆ ਤਾਂ ਉਸਦੀ ਟ੍ਰੇਨਿੰਗ ਕਲੀਅਰ ਨਹੀਂ ਕੀਤੀ ਗਈ। ਕਿਉਂ? ਕਿਉਂਕਿ ਟ੍ਰੇਨਿੰਗ ਜੋ ਬੰਦਾ ਸੀਗਾ ਉਸਨੇ ਕਿਹਾ ਵੀ ਆਈ ਵਿਲ ਨਾਟ ਗਿਵ ਯੂ ਦਾ ਟ੍ਰੇਨਿੰਗ ਬਿਕੋਜ਼ ਆਫ ਯੂਰ ਬੀਐਡ। ਸੋ ਉਹਦੀ ਟ੍ਰੇਨਿੰਗ ਨਹੀਂ ਹੋਈ, ਸੋ ਉਸਦੇ ਵੇਜਿਸ ਹਜੇ ਤੱਕ ਨਹੀਂ ਚੱਲੇ ਹੈਗੇ, ਬਟ ਹੀ ਇਜ਼ ਐਮਪਲਾਈ। ਸੋ ਯੂਨੀਅਨ ਉਸਨੂੰ ਵੀ ਸਪੋਰਟ ਕਰ ਰਹੀ ਹੈ ਬਿਕੋਜ਼ ਫॉर ਯੂਨੀਅਨ ਹੀ ਇਜ਼ ਐਮਪਲਾਈ। ਸੋ ਐਟਲਾਂਟਿਕ 'ਚ ਫੈਰੀਜ਼ ਨੇ, ਉੱਥੇ ਕੀ ਚੁਆਇਸ ਸਭ ਚੱਲਦਾ ਜੀ? ਅੱਛਾ, ਉੱਥੇ ਕੋਈ ਚੱਕਰ? ਉੱਥੇ ਕੋਈ ਚੱਕਰ ਨਹੀਂ ਹੈ। ਜਾਂ ਉੱਥੇ ਸਿੱਖੇ ਨਹੀਂ ਹੋਣਾ ਕੋਈ? ਨਹੀਂ, ਹੈਗੇ ਨੇ, ਹੈਗੇ ਨੇ ਜੀ, ਬਿਲਕੁਲ ਹੈਗੇ ਨੇ, ਸਾਰੇ ਦਾੜੀ ਨਾਲ ਜਾਂਦੇ ਨੇ। ਆਪਣਾ ਸੱਜਣ ਸਿੰਘ ਡਿਫੈਂਸ ਮਿਨਿਸਟਰ ਜੀ ਦਾੜੀ ਲੈ ਕੇ ਉਹ ਸ਼ਿਪਾਂ ਦੇ ਉੱਪਰ ਜਾਂਦਾ ਹੈ। ਹਾਂ, ਨਹੀਂ ਡਿਫੈਂਸ ਦੇ ਵਿੱਚ ਦਾੜੀ ਅਲਾਊਡ ਹੈ ਜੀ। ਇਹ ਪਤਾ ਨਹੀਂ ਕੀ ਹੋਇਆ ਹੈ, ਸਾਨੂੰ ਕਿਉਂ ਮਾਰਾਂ ਪੈਂਦੀਆਂ। ਕੱਲ ਗੱਲ ਕਰਦਾ ਹਟਿਆ ਫੈਰੀ ਆਪਣੇ ਪੋਰਟ ਮੈਟਰੋ ਵੈਨਕੂਵਰ, ਉਹ ਕਹਿੰਦੇ 12 ਸਾਲ ਪੁਰਾਣੇ ਟਰੱਕ ਤੁਹਾਨੂੰ ਕੱਢਣੇ ਪੈਣੇ ਨੇ। ਕੱਲ ਮੈਂ ਗੱਲ ਕਰਦਾ ਸੀ, ਹਾਂਜੀ ਹਾਂ, ਪੋਰਟ ਤੋਂ ਬਾਹਰ ਚਾਹੇ 24 ਸਾਲ ਪੁਰਾਣਾ ਤੁਰੀ ਚੱਲੇ, ਪਰ ਤੁਸੀਂ ਕੱਢਣਾ, ਕਿਉਂਕਿ 1700 ਚੋਂ 95% ਟਰੱਕ ਸਾਡੇ ਨੇ। ਉਹ ਕਹਿੰਦੇ ਵੀ ਤੁਹਾਨੂੰ ਠੋਕਣਾ। ਬਿਲਕੁਲ। ਗੁਰਮਨਜੀਤ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ 'ਚ? ਹੁਣ ਇੱਥੇ ਆਪਾਂ ਨੂੰ ਇਹਨੂੰ ਆਪਾਂ ਕਲੈਕਟਿਵਲੀ ਇਕੱਠਾ ਕਰਨਾ ਤਾਂ ਕਿੱਥੇ ਆਪਾਂ ਨੂੰ ਜ਼ੋਰ ਪਾਉਣਾ ਚਾਹੀਦਾ? ਇਹ ਜੇ ਅਸੀਂ ਅਜੇ ਸਟਾਰਟ ਕੀਤਾ ਕੰਮ, ਅਸੀਂ ਆਪਾਂ ਨਿਬੇੜ ਦੇਣਾ ਹੈ ਫਿਲਹਾਲ। ਅਸੀਂ ਮਤਲਬ ਕਿ ਅਜੇ ਫਿਲਹਾਲ ਯੂਨੀਅਨ ਦੇ ਨਾਲ ਚੱਲ ਰਹੇ ਹਾਂ। ਐਂਡ ਆਫ ਡੇ ਜੇ ਨਾ ਮੰਨੇ ਤੇ ਸਿੰਪਲ ਜਿਹੜੀ ਗੱਲ ਹੈ ਕਿ ਜਿੱਦਾਂ 에ਅਰ ਕੈਨੇਡਾ ਦੇ ਵਿੱਚ ਸਿੱਖਾਂ ਨੇ ਕੇਸ ਜਿੱਤਿਆ, ਉਹਨਾਂ ਦਾ ਵੀ ਮਾਸਕ ਦੀ ਪ੍ਰੋਬਲਮ ਸੀ, ਉਹਨਾਂ ਨੂੰ ਕਲੀਨ ਸ਼ੇਵ ਲਈ ਕਹਿੰਦੇ ਸੀ। ਉੱਥੇ ਵੀ ਉਹਨਾਂ ਨੂੰ ਵੀ ਕੋਰਟ ਨੇ ਕਿਹਾ ਫਾਈਨਲੀ ਕਿ ਨਹੀਂ, ਤੁਸੀਂ ਰੱਖ ਸਕਦੇ ਜੀ ਪਾਇਲਟਸ ਲਈ। ਵੈਰੀ ਗੁੱਡ। ਤੇ ਉਹ ਜਦੋਂ ਉਹ ਜਦੋਂ ਸਭ ਤੋਂ ਡੇਂਜਰਸ ਆ, ਇੱਥੇ ਤਾਂ ਸਾਡੇ ਕੋਲ ਹਰ ਇੱਕ ਅੱਧੇ ਘੰਟੇ ਬਾਅਦ ਹੈਲਪ ਮੌਜੂਦ ਮਿਲ ਜਾਂਦੀ ਆ। ਤੇ ਫਿਰ ਇਹਨਾਂ ਨੂੰ ਅਸੀਂ ਹਰ ਇੱਕ ਗੱਲ, ਬਾਕੀ ਜਿੱਦਾਂ ਭਾਜੀ ਨੇ ਦੱਸਿਆ ਕਿ HR ਤੇ ਸੁਪਰਡੈਂਡੈਂਟ, ਮੇਰੀ ਵੀ ਮੀਟਿੰਗ ਹੋਈ ਹੈ ਰੀਸੈਂਟਲੀ। ਐਂਡ ਆਫ ਡੇ ਉਹ ਕਹਿੰਦੇ ਸਾਡੇ ਹੱਥ 'ਚ ਨਹੀਂ ਹੈਗੇ। ਤੇ ਮੈਂ ਕਿਹਾ ਜੇ ਤੁਹਾਡੇ ਹੱਥ 'ਚ ਨਹੀਂ ਹੈਗੀ ਤੇ ਮੇਰੀ ਗੱਲ ਹੀ ਉਹਨਾਂ ਨਾਲ ਕਰਾਓ ਜਿਨ੍ਹਾਂ ਦੇ ਹੱਥ 'ਚ। ਕਿਉਂ ਤੁਸੀਂ ਆਪਣਾ ਵੀ ਟਾਈਮ ਵੇਸਟ? ਮਦਦ ਕਰ ਰਹੀ ਹੈ ਮਨਪ੍ਰੀਤ ਜੀ, ਯੂਨੀਅਨ ਫੁੱਲ ਸਪੋਰਟ ਦੇ ਵਿੱਚ। ਇਹਦੇ ਵਿੱਚ ਡਿਸੀਜਨ ਜਿਹੜਾ BC ਫੈਰੀ ਦੀ ਜਿੱਥੇ ਪਾਲਿਸੀ ਮੇਕਿੰਗ ਹੈ ਉੱਥੇ ਬਣਨਾ ਡਿਸੀਜਨ, ਜਾਂ ਗਵਰਨਮੈਂਟ ਵੀ ਕਿਤੇ ਇਨਵੋਲਵ, ਮਿਨਿਸਟਰ ਹੋ ਸਕਦਾ ਹੈ ਜੀ ਕਿਸੇ ਜਗ੍ਹਾ ਤੇ, ਬਿਕੋਜ਼ ਦਿਸ ਬੇਸਿਕਲੀ ਇਜ਼ ਅ ਪੋਲੀਟੀਕਲ ਬੈਕਗਰਾਊਂਡ ਹੈ ਨਾ। ਇਹ ਕੋਈ ਪ੍ਰਾਈਵੇਟ ਕੰਪਨੀ ਤਾਂ ਹੈ ਨਹੀਂ ਗੀ।
ਪ੍ਰੋਬਲਮ BC ਫੈਰੀ ਦੀ ਜੋ ਮੇਰੀ ਨਜ਼ਰ ਦੇ ਵਿੱਚ ਹੈ ਜੀ, ਇਸ ਏ ਬਿਗ ਕਾਰਪੋਰੇਸ਼ਨ, ਇਸ ਦੇ ਵਿੱਚ ਕਹਿ ਲਓ ਕਿ ਇੰਪਲਾਈਜ਼ਾਂ ਨਾਲੋਂ ਜ਼ਿਆਦਾ ਤਾਂ ਮੈਨੇਜਰ ਹੀ ਨੇ, ਪਰ ਉਹ ਮੈਨੇਜਰ ਇੰਨੇ ਹੈਗੇ ਜ਼ਰੂਰ ਨੇ, ਡਿਸੀਜ਼ਨ ਕੋਈ ਵੀ ਨਹੀਂ ਲੈਂਦਾ ਹੈ। ਹਰ ਕੋਈ ਇਹੀ ਡਰਦਾ ਜੇ ਡਿਸੀਜ਼ਨ ਮੈਂ ਲੈ ਲਿਆ ਤਾਂ ਕੱਲ੍ਹ ਨੂੰ ਮੇਰੇ ਸਿਰ ਦੇ ਉੱਤੇ ਬੰਦੂਕ ਰੱਖੀ ਜਾਣੀ ਆ। ਸੋ ਇਹ ਗੱਲ ਬਸ ਪਈ ਹੈ, ਡਿਸੀਜ਼ਨ ਕੋਈ ਵੀ ਨਹੀਂ ਲੈ ਰਿਹਾ ਹੈਗਾ। ਕਿਹਨੇ ਲੈਣਾ, ਕਿਸੇ ਡਾਇਰੈਕਟਰ ਨੇ ਲੈਣਾ, ਜਾਂ ਹੁਣ CEO ਸੀ ਪਿੱਛੇ ਜਿਹੜਾ, ਉਸਨੂੰ ਫਾਇਰ ਕਰਤਾ ਹੈ। ਹੁਣ ਇੱਕ ਇੰਟਰਮ CEO ਹੈ, ਇੱਕ ਲੇਡੀ, ਸ਼ੀ ਇਜ਼ ਗੁੱਡ ਐਕਚੁਅਲੀ, ਅਤੇ ਸ਼ੀ ਹੈਜ਼ ਟੇਕਨ ਕੁਆਇਟ ਅ ਲੋਟ ਆਫ ਗੁੱਡ ਡਿਸੀਜ਼ਨਸ, ਪਰ ਆਈ ਡੋਂਟ ਨੋ ਵੈਦਰ ਸ਼ੀ ਨੋਜ਼ ਅਬਾਊਟ ਦਿਸ ਔਰ ਨਾਟ। ਸ਼ਿਪ ਦਾ ਚੀਫ ਇੰਜੀਨੀਅਰ ਉਹਦੇ ਕੋਲ ਡਿਸਕ੍ਰੈਸ਼ਨ ਹੈ ਵੀ ਉਹ ਕਹੇ ਵੀ ਨਹੀਂ ਮੈਂ, ਤੁਸੀਂ ਪੱਗ ਬੰਨ੍ਹ ਕੇ ਆ ਸਕਦੇ ਹੋ ਮਨਪ੍ਰੀਤ ਜੀ, ਉਹ ਲੈ ਸਕਦਾ ਇਹਨੂੰ? ਨਹੀਂ ਜੀ, ਉਹ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ। ਮਾਫੀ ਜੀ। ਪ੍ਰੋਬਲਮ ਸਾਡੀ ਇਹੋ ਹੀ ਆ ਕਿ ਹੁਣ ਤੁਸੀਂ ਪਹਿਲਾਂ ਪੁੱਛਿਆ ਕਿ ਇਹਦੇ ਵਿੱਚ ਪੰਜਾਬੀ ਕਿੰਨੇ ਕੁ, ਸਾਡੇ ਸਿੱਖ ਹੀ ਕਈ ਵਧੀਆ ਪੋਜੀਸ਼ਨਸ ਤੇ ਹੈਗੇ ਨੇ ਜਿਹੜੇ ਮੈਨੇਜਮੈਂਟ ਦੇ ਵਿੱਚ ਗੱਲ ਕਰ ਸਕਦੇ ਆ। ਜਦੋਂ ਅਸੀਂ ਮੈਂ ਗੱਲ ਕੀਤੀ ਸੀ, ਮੈਨੂੰ ਬੜਿਆਂ ਨੇ ਐਡਵਾਈਸ ਦਿੱਤੀ, ਕਹਿੰਦਾ ਰਿਲੀਜਨ ਬੇਸਿਸ ਤੇ ਇਸ਼ੂ ਨਾ ਉਠਾਓ, ਵਾਹ ਤੁਸੀਂ ਟੈਕਨੀਕਲ ਕਰੋ। ਮੈਂ ਕਿਹਾ ਮੈਂ ਟੈਕਨੀਕਲ ਆ ਦਾੜੀ? ਨਹੀਂ, ਮੈਂ ਕਿਹਾ ਮੈਂ ਟੈਕਨੀਕਲ ਪਲੱਸ ਰਿਲੀਜਨ ਜਾਊਂ। ਨਹੀਂ, ਟੈਕਨੀਕਲ ਤਾਂ ਬੇਸ ਇੱਕ ਹੋ ਗਿਆ, ਦਾੜੀ ਮੇਰਾ ਫੇਥ ਹੈ। ਹਾਂ, ਇਹਨੂੰ ਮੈਂ ਕਿਹੜੇ ਖਾਤੇ 'ਚ ਪਾਉਂਗਾ? ਇਹ ਮੇਰਾ ਸਵੈ ਸਿੱਧ ਅਧਿਕਾਰ ਆ ਚਾਰਟਰ ਆਫ ਰਾਈਟਸ ਥੱਲੇ। ਮੈਨੂੰ ਇਹੀ ਕਦੇ ਕਦੇ ਬੜੀ ਹੈਰਾਨੀ ਹੁੰਦੀ ਹੈ ਜੀ ਉਹ ਜਾਣ ਕੇ, ਜਿਨ੍ਹਾਂ ਸ਼ਖਸੀਅਤਾਂ ਦੀ ਗੁਰਮਨਜੀਤ ਨੇ ਗੱਲ ਕਰ ਰਹੇ ਨੇ, ਉਹਨਾਂ ਨੂੰ ਮੈਂ ਵੀ ਬੜੀ ਚੰਗੀ ਤਰ੍ਹਾਂ ਜਾਣਦਾ, ਬੀਇੰਗ ਇਨ BC ਫੈਰੀ ਤੇ ਉੱਦਾਂ ਵੀ। ਬਟ ਐਟ ਸਮ ਪੁਆਇੰਟ ਉਹਨਾਂ ਨੇ ਇਹ ਡਿਸੀਜ਼ਨ ਲਿਆ, ਚਲੋ ਮੋਡੀਫਾਈ ਕਰ ਗਏ, ਉਹ ਤੁਸੀਂ ਕਰ ਗਏ, ਪਰ ਤੁਸੀਂ ਦੂਜੇ ਨੂੰ ਫੋਰਸ ਨਾ ਕਰੋ। ਤੁਹਾਡੇ ਬਿਲੀਫ ਤੇ ਸਾਡੇ ਬਿਲੀਫ ਵੱਖਰੇ। ਹਾਂ, ਤੇ ਤੁਸੀਂ ਕੱਟੀ ਹੋਈ ਤੁਹਾਨੂੰ ਪਸੰਦ ਆ, ਸਾਨੂੰ ਨਹੀਂ ਪਸੰਦ, ਸਾਰੇ ਤੁਹਾਨੂੰ ਤੁਹਾਡਾ ਪਸੰਦ, ਸਾਨੂੰ ਸਾਡਾ ਪਸੰਦ। ਹਾਂਜੀ ਹਾਂ, ਨਾਲੇ ਉਹ ਪੋਜੀਸ਼ਨ ਤੇ ਪਹੁੰਚ ਗਿਆ ਜਿੱਥੇ ਗੱਲ ਕਰ ਸਕਦੇ। ਹਾਂ, ਬਾ ਇਹੀ ਪ੍ਰੋਬਲਮ, ਜਿਸ ਤਰ੍ਹਾਂ ਵੱਡੇ ਹੋ ਜਾਂਦੇ ਨੇ ਫਿਰ ਭੁੱਲ ਜਾਂਦੇ ਨੇ। ਮੈਨੂੰ ਕਹਿੰਦੇ ਸਾਨੂੰ ਮੈਨੂੰ ਰਿਪੋਰਟ ਸਬਮਿਟ ਕਰੋ। ਮੈਂ ਕਿਹਾ ਤੁਹਾਨੂੰ ਪਤਾ ਹੀ ਆ, ਤੁਸੀਂ ਗੱਲ ਕਰ ਲਓ। ਕਿਹੜੀ ਦੱਸਣੀ ਆ ਤੁਹਾਨੂੰ? ਕਿਹੜੀ ਇਹ ਤੈਨੂੰ ਲਘੁੱਤਮ ਦੱਸਣਾ ਜਿਹੜਾ ਤੈਨੂੰ ਨਹੀਂ ਭਾਈ ਪਤਾ? ਤੂੰ ਇਹਦੇ ਚੋਂ ਹੀ ਗਿਆ ਥੱਲੇ, ਇਹ ਚੋਂ ਹੀ ਗਏ ਜੇ। ਮੈਂ ਕਿਹਾ ਤੁਹਾਨੂੰ ਪਤਾ, ਸਾਰੇ ਜਾਂਦੇ ਤਾਂ ਉਸੇ ਰਸਤੇ ਨੇ। ਇਹ ਕਾਲਰ ਨੇ ਕੋਈ ਗੱਲ ਕਰਨੀ ਚਾਹੁੰਦੇ ਨੇ। ਆਨੰਦ ਔਜਲਾ ਜੀ, ਤੁਸੀਂ ਏਅਰ ਤੇ ਹੋ, ਕੀ ਕਹਿਣਾ ਚਾਹੁੰਦੇ ਹੋ? ਆਨੰਦ ਔਜਲਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਚਾਹੁੰਦਾ ਜੀ ਵੀ ਮੈਨੂੰ ਵੀ ਇਸ ਫੀਲਡ ਦੇ ਵਿੱਚ ਕੋਈ 40 ਸਾਲ ਹੋ ਗਏ ਆ ਜੀ। ਅੱਛਾ ਜੀ। ਤੇ ਪਹਿਲਾਂ ਮੈਂ ਵਿਨੀਪੈਗ ਕੰਮ ਕੀਤਾ, ਸਾਡੇ ਚੀਫ ਇੰਜੀਨੀਅਰ ਸਰਦਾਰ ਹਾਕਮ ਸਿੰਘ ਸੀਗੇ ਜੀ ਉੱਥੇ, ਪੂਰੇ ਸਿੱਖੀ ਸਰੂਪ ਦੇ ਵਿੱਚ। ਉਹ ਕੀ ਕਰਦੇ ਸੀ ਜੀ ਉੱਥੇ? ਉਹ ਚੀਫ ਇੰਜੀਨੀਅਰ ਸੀਗੇ ਜੀ ਸਾਡੇ ਬੜੇ ਸਟੀਮ ਪਲਾਂਟ ਦੇ ਵਿੱਚ, ਪਲਾਂਟ ਦੇ ਵਿੱਚ। ਠੀਕ, ਹਾਂਜੀ। ਤੇ ਉਹ ਪੂਰੀ ਉਹਨਾਂ ਨੂੰ ਹੁੰਦਾ ਸੀਗਾ ਜੀ, ਉਹ ਆਪਣੀ ਮਾਸਕ ਵਗੈਰਾ ਪਾਉਂਦੇ ਸੀਗੇ ਤੇ ਪਾ ਕੇ, ਤੇ ਜਦੋਂ ਉਹਨਾਂ ਲੋੜ ਪੈਂਦੀ ਸੀ ਉਹ ਇੱਥੋਂ ਤੱਕ ਵੀ ਬੋਇਲਰ ਦੇ ਡਰਮ ਦੇ ਵਿੱਚ ਵੀ ਉਹ ਵੜਦੇ ਸੀਗੇ। ਅੱਛਾ ਜੀ। ਤੇ ਮੈਂ ਹੁਣ ਤੁਹਾਨੂੰ BC ਦੀ ਦੱਸਦਾ, ਮੈਨੂੰ ਤਕਰੀਬਨ 25 ਸਾਲ ਇੱਥੇ ਹੋ ਗਏ ਆ। ਆਪਣੇ ਸਭ ਤੋਂ ਵਧੀਆ ਜਿਹੜਾ ਹੌਸਪੀਟਲ ਹੈ ਇਸ ਵੇਲੇ BC ਦੇ ਵਿੱਚ, ਮੇਰਾ ਹੀ ਆਪਣਾ ਰਿਲੇਟਿਵ ਮੁੰਡਾ ਸਿੱਖੀ ਸਰਦਾਰ ਦੇ ਵਿੱਚ ਕੰਮ ਕਰ ਰਿਹਾ। ਜਿੱਦਣ ਅਸੀਂ ਉਹਨੂੰ ਭਰਤੀ ਕੀਤਾ ਨਾ, ਉੱਥੇ ਉਹਨੂੰ ਜੌਬ ਮਿਲੀ ਆ, ਉਸੇ ਦਿਨ ਉਹਦਾ ਸਾਈਜ਼ ਲੈ ਕੇ ਉਹਦੇ ਲਈ ਮਾਸਕ ਬਣਵਾਈ ਆ, ਸਿੰਪਲ ਤੇ ਉਹਦੀ ਮਾਸਕ, ਉਹਦੀ ਫਿਟਿੰਗ ਉਹਦੀ ਪੂਰੀ ਕਰਵਾ ਕੇ ਤੇ ਉਹਨੂੰ ਉਹ ਮਾਸਕ ਦਿੱਤੀ ਆ, ਤੇ ਨੋ ਇਸ਼ੂ। ਸੋ ਇਹ ਆਪਣੇ BC ਫੈਰੀ ਚ ਕੀ ਹੋ ਰਿਹਾ ਮੁੰਡਿਆਂ ਨਾਲ ਫਿਰ ਜੀ? ਇਹ ਧੱਕਾ ਹੀ ਹੋ ਰਿਹਾ ਜੀ। ਜੋ ਜਦ ਤੁਸੀਂ ਮੈਨੂੰ ਇੰਨੇ ਸਾਲ ਹੋ ਗਏ ਜੀ ਆਪਣੇ ਫਸਟ ਕਲਾਸ ਪਲਾਂਟਾਂ ਦੇ ਵਿੱਚ ਕੰਮ ਕਰਦੇ ਨੂੰ, ਵੱਖਰੀ ਜੌਬ ਦੇ ਉੱਤੇ, ਤੇ ਇਹ ਕੋਈ ਇਸ਼ੂ ਆਇਆ ਹੀ ਨਹੀਂ ਜੀ। ਸਾਡਾ ਪਾਵਰ ਇੰਜੀਨੀਅਰ ਦਾ ਤੇ ਫਾਇਰ ਡਿਪਾਰਟਮੈਂਟ ਦਾ ਇਜ਼ ਟੋਟਲੀ ਡਿਫਰੈਂਟ। ਅਸੀਂ ਭਾਵੇਂ ਉਹਨਾਂ ਦੇ ਸਾਈਡ ਬਾਈ ਸਾਈਡ ਜਦੋਂ ਲੋੜ ਪਵੇ ਕੰਮ ਕਰ ਸਕਦੇ ਹਾਂ, ਕਿਉਂਕਿ ਤੁਸੀਂ ਥੋੜਾ ਅੱਗ ਬੁਝਾਉਣੀ ਆ ਜੀ, ਕੁਦਰਤੀ ਤੁਹਾਡੇ ਪਲਾਂਟ 'ਚ ਅੱਗ ਲੱਗੀ ਹੋਈ, ਉਸ ਸਮੇਂ ਮੈਨੇਜ ਕਰਨਾ ਜੀ। ਕਿਉਂ ਸਾਡੇ ਇਕੱਲਾ ਅੱਗ ਦਾ ਨਹੀਂ ਹੁੰਦਾ, ਸਾਡੇ ਕੈਮੀਕਲਸ ਵਗੈਰਾ ਹੁੰਦੇ ਆ ਜਿਹੜੇ ਅਸੀਂ ਭੋਜਨਾਂ ਦੇ ਵਿੱਚ ਵਰਤਦੇ ਆ, ਤੇ ਉਹਦੇ ਲਈ ਵੀ ਸਾਨੂੰ ਮਾਸਕ ਪਾਉਣੀ ਪੈਂਦੀ ਆ, ਤੇ ਦੇयर इज नो ਇਸ਼ੂ। ਔਜਲਾ ਸਾਹਿਬ, ਤੁਹਾਡਾ ਨੰਬਰ ਮੈਂ ਗੁਰਮਨਜੀਤ ਉਹਨਾਂ ਨੂੰ ਦੇਵਾਂਗਾ, ਤੁਹਾਡੇ ਨਾਲ ਕੰਟੈਕਟ ਕਰਨਗੇ ਬਾਅਦ ਵਿੱਚ। ਤੁਸੀਂ ਥੋੜਾ ਬਹੁਤ ਇਹਨਾਂ ਨੂੰ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰਿਓ ਜੀ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਔਜਲਾ ਸਾਹਿਬ, ਥੈਂਕ ਯੂ। ਓਕੇ ਜੀ, ਵੈਲਕਮ। ਲਓ ਜੀ, ਗੱਲ ਕਰਦੇ ਹੀ ਗੱਲ ਹੋ ਗਈ ਨਾ ਫਿਰ। ਬਿਲਕੁਲ ਜੀ। ਮੈਂ ਤੁਹਾਨੂੰ ਦੱਸ ਰਿਹਾ ਜੀ, ਵੇਅਰ ਦੇयर इज अ विल देयर इज अ वे, ਆਬਵੀਅਸਲੀ। ਠੀਕ ਹੈ ਨਾ। ਜਦੋਂ ਕਿਸੇ ਨੇ, ਇੱਕ ਸ਼ਖਸੀਅਤ ਨੇ ਸੋਚਣਾ ਹੀ ਨਹੀਂ ਹੈ ਵੀ ਮੈਂ ਇਹਦਾ ਜੇ ਇੱਕ ਰਿਕੁਐਸਟ ਆਈ ਹੈ ਤੇ ਉਸਨੂੰ ਅਕਮੋਡੇਟ ਕਰਨਾ ਹੈ ਤੇ ਉਹਦਾ ਰਸਤਾ ਲੱਭਣਾ ਹੈ,
ਤਾਂ ਰਸਤਾ ਲੱਭੂਗਾ ਹੀ ਨਹੀਂਗਾ। ਗੱਲ ਹੈ ਬੈਠ ਕੇ ਰਸਤਾ ਲੱਭਣ ਦੀ ਤੇ ਸੋਚਣ ਦੀ। ਜੇ ਉਹ ਇੱਕ ਵਾਰ ਇਹ ਕਹਿ ਦੇਣ ਕਿ ਹਾਂਜੀ ਰਸਤਾ ਲੱਭਾਂਗੇ ਜੀ ਜ਼ਰੂਰ, ਹਾਲ ਦੀ ਘੜੀ ਤੁਹਾਨੂੰ ਦੇਤਾ, ਬਾਕੀਆਂ ਲਈ ਵੀ ਅਸੀਂ ਕਰਾਂਗੇ। ਤੁਸੀਂ ਮੰਨੋਗੇ ਨਹੀਂ ਜੀ, ਮੈਂ ਜਦੋਂ ਦੀ ਇਹ ਡਰਾਈਵ ਕਹਿ ਲਓ ਸ਼ੁਰੂ ਕੀਤੀ ਹੈ ਆਪਣੇ ਉੱਥੇ, ਮੈਨੂੰ ਕਈ ਆਪਣੇ ਗੋਰਿਆਂ ਨੇ ਵੀ ਕੰਟੈਕਟ ਕੀਤਾ, ਕਹਿੰਦੇ ਵੀ ਦਾੜੀ ਤਾਂ ਕਹਿੰਦੇ ਮੈਂ ਵੀ ਰੱਖਣਾ ਚਾਹੁੰਦਾ। ਅਸੀਂ ਜੇ ਗੋਰਿਆਂ ਦਾ ਮਤਲਬ ਇਹ ਤਾਂ ਨਹੀਂ ਹੈ ਵੀ ਅਸੀਂ ਹੀ ਸ਼ੇਵ ਕਰਨੀ ਹੈ, ਕਹਿੰਦੇ ਮੈਂ ਸਾਰੀ ਉਮਰ ਦਾੜੀ ਰੱਖੀ ਹੈ, ਪਰ ਮੈਂ ਇੱਥੇ BC ਫੈਰੀ 'ਚ ਆ ਕੇ ਮੈਨੂੰ ਸ਼ੇਵ ਕਰਨੀ ਪੈਗੀ। ਤੇ ਆਪਣੇ ਗੋਰੇ ਕਈ ਨੇ ਜਿਹਨੇ ਸਾਰੀ ਉਮਰ ਦਾੜੀ ਰੱਖੀ ਹੋਈ ਹੈ। ਕ੍ਰਿਸਚੀਅਨ ਬਹੁਤ ਹਾਂ, ਕ੍ਰਿਸਚੀਅਨ ਰੱਖਦੇ ਨੇ ਦਾੜੀ। ਉਹ ਕਹਿੰਦਾ ਵੀ ਅਸੀਂ ਐਪਲੀਕੇਬਲ ਹੁੰਦੇ ਹਾਂ ਇਸ ਦੇ ਵਿੱਚ। ਮੈਂ ਕਿਹਾ ਜੀ ਮੈਨੂੰ ਨਹੀਂ, ਤੁਸੀਂ ਆਪਣਾ ਪੁੱਛ ਲਓ, ਬਟ ਯੈਸ ਇਫ ਯੂ ਹੈਵ ਅ ਸੌਰਟ ਆਫ ਰਿਲੀਜੀਅਸ ਬਿਲੀਵ ਤੇ ਤੁਸੀਂ ਰਿਕੁਐਸਟ ਪਾਓ, ਕਿਉਂ ਨਹੀਂ। ਸਰ ਮਨਪ੍ਰੀਤ ਸਿੰਘ ਤੇ ਗੁਰਮਨਜੀਤ ਸਿੰਘ BC ਫੈਰੀਜ਼ ਦੇ ਇੰਜੀਨੀਅਰ ਆਏ ਨੇ, ਜਿਹੜੇ ਸਿੱਖ ਫੇਥ ਦੇ ਕਰਕੇ ਜਿਨ੍ਹਾਂ ਨੂੰ ਮੁਸ਼ਕਲ ਉੱਥੇ ਆ ਰਹੀ ਹੈ ਕਿ ਇੱਕ ਮਾਸਕ ਜਿਹੜਾ ਅੱਗ ਲੱਗਣ ਦੀ ਸੂਰਤ ਦੇ ਵਿੱਚ ਕਹਿੰਦੇ ਦਾੜੀ ਤੇ ਸੈੱਟ ਨਹੀਂ ਆਉਂਦਾ, ਤੇ ਉਸ ਦੇ ਲਈ ਅਖੀਰ ਦੇ ਵਿੱਚ 30 ਸੈਕਿੰਡ ਨੇ। ਆਪਣੇ ਮਨਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ? ਨਹੀਂ ਜੀ, ਸਾਡੀ ਰਿਕੁਐਸਟ BC ਫੈਰੀ ਦੇ ਹਾਇਰ ਅਥਾਰਟੀਜ਼ ਨੂੰ ਫਿਰ ਗੁਜ਼ਾਰਿਸ਼ ਅਸੀਂ ਕਰਦੇ ਹਾਂ, ਸੋ ਦੈਟ ਦੇ ਕੈਨ ਲੁੱਕ ਇਨਟੂ ਦਿਸ ਮੈਟਰ। ਪ੍ਰੋਬਬਲੀ ਦੇ ਡੋਂਟ ਹੈਵ ਐਨੀ ਆਈਡੀਆ ਯੈਟ ਵੈਦਰ ਦਿਸ ਮੈਟਰ ਹੈਜ਼ ਅਪਰੋਚਡ ਟੂ them so far or not. Maybe it is still on the lower level in one of the port there in Horseshoe Bay or somewhere else. So escalate it to the higher authorities and come up with a proper solution. There are so many new immigrants who are ready to join BC Ferry with the proper certification, and as of now BC Ferry is still hungry for the licensed people. So it's my humble request again to them. ਗੁਰਮਨਜੀਤ, ਤੁਸੀਂ ਵੀ ਕੁਝ ਕਹਿਣਾ ਚਾਹੋ ਅਖੀਰ 'ਚ? ਹਾਂਜੀ, ਜਿਸ ਤਰ੍ਹਾਂ ਬਾਈ ਜੀ ਨੇ ਕਿਹਾ ਕਿ ਇਹਨਾਂ ਨੂੰ ਬੰਦਿਆਂ ਦੀ ਤੇ ਵੈਸੇ ਹੀ ਕਾਫੀ ਜ਼ਰੂਰਤ ਆ, ਪਰ ਇਸ ਮੁਸ਼ਕਲ ਕਰਕੇ ਜਾ ਨਹੀਂ ਸਕਦੇ। ਕਈ ਜਾਣੇ ਆ ਜਿਹੜੇ ਜਾ ਨਹੀਂ ਸਕਦੇ ਤੇ ਉਹ ਮਤਲਬ ਕਿ ਹੋਰ ਪ੍ਰੋਫੈਸ਼ਨ ਵੱਲ ਚਲੇ ਜਾਂਦੇ ਨੇ, ਬਟ ਇਸ ਦਾ ਸੋਲਿਊਸ਼ਨ ਅਸੀਂ ਹੁਣ ਹੋਵੇਗਾ ਤੇ ਕਰਾਂਗੇ, ਪਾਲਿਸੀ ਇਹ ਚੇਂਜ। ਮਨਪ੍ਰੀਤ ਜੀ, ਸਟੇ ਇਨ ਟੱਚ, ਕੁਝ ਵੀ ਅਪਡੇਟ ਹੁੰਦੀ ਆ ਪਲੀਜ਼ ਆਓ ਤੇ ਯੂ ਫੀਲ ਫਰੀ ਟੂ ਕਮ ਹੀਅਰ। ਅਸੀਂ ਤੁਹਾਡੀ ਆਵਾਜ਼ ਬਣ ਕੇ, ਸਾਡਾ ਮੀਡੀਆ ਦਾ ਇਹ ਕੰਮ ਹੈ, ਤੁਹਾਡੀ ਜਿਹੜੀ ਕਮਿਊਨਿਟੀ ਦੀ ਮੁਸ਼ਕਲ ਹੈ ਉਹ ਬਾਹਰ ਆਉਣੀ ਚਾਹੀਦੀ ਹੈ। ਜੇ ਕਿਤੇ ਧੱਕਾ ਹੋ ਰਿਹਾ ਉਹ ਕਿਉਂ ਹੋ ਰਿਹਾ, ਸੋ ਇਹੀ ਸਾਡੀ ਡਿਊਟੀ ਹੈ। ਤੇ ਸਾਨੂੰ ਦੱਸਦੇ ਰਹੋ ਕਿ ਅਪਡੇਟ ਹੋਈ ਹੈ, ਕਦੇ ਸਾਡੀ ਦੁਆਰਾ ਫੇਰ ਕੋਈ ਤੁਸੀਂ ਗੱਲਬਾਤ ਕਰਨੀ ਹੈ, ਅਪਡੇਟ ਕਰਨੀ ਹੈ, ਤੇ ਪਲੀਜ਼ ਲੈਟ ਅਸ ਨੋ। ਬਿਲਕੁਲ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸ਼ਾਰਟ ਨੋਟਿਸ ਤੇ ਸਾਨੂੰ ਟਾਈਮ ਦਿੱਤਾ ਜੀ। ਸਾਡੀ ਡਿਊਟੀ ਹੈ, ਇਸ ਗੱਲ ਦਾ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ।